ਜੋ ਕੋਈ ਮਿਰਜ਼ਾ ਸਾਹਿਬ ਨੇ ਕਿਹਾ ਉਹੀ ਚੌਹਾਨ ਸਾਹਿਬ ਐਸਾ ਗੁਲਾਮ ਅਹਿਮਦ ਕਾਦੀਆਨੀ ਲਾਂਤੀ ਹੈ। ਤੁਹਾਡਾ ਗੁਲਾਮ ਅਹਿਮਦ ਕਾਦੀਆਨੀ ਹੈ, ਚੌਹਾਨ ਸਾਹਿਬ ਦਾ ਐਸਾ ਕੋਈ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਇਹ ਨਹੀਂ ਜਾਣਦੇ ਕਿ ਉਸਤਾਦ ਜੀ मैं एहतजाज करना चाहना वो थल्ले गाला दे रहे उस्ताद जी मेरा एहतजाज रिकॉर्ड करो मनो गाना कट रहे हैं असी मैं हदीस मुबारक पढ़ा रहा हूँ और आप उसको कह रहे हो गालियां दे रहे हो। आमिर नजीर साहब आप हदीस मुबारक को कह रहे हो गालियां दे रहे हो। वाह सुभान अल्लाह क्या उलमा सूब अब आप मिर्जा गुलाम अहमद हेलो हेलो मैंने हदीस मुबारक सुनाई कि नहीं? मैंने गाली निकाली है। चौहान साहब कहते ने जिस मिर्जा गुलाम खड्डे में ठीक है बढ़ गया खड्डे में ये तो है जाहिल इस पर तो भी लानत खुदा की हजारों लानतें ये खबीस इंसान जो है ना अल्लाह की लानत के नीचे है। इसको क्या ये तो दो जुम्बी और ये लानती हैं ये जमीन पर बदतरीन मखलूक ये भी उलमा सूह की तरह ये पर भी लानत बरसाइयां तो जमीन ही तंग हो गई है। मिर्जाइयां तो अल्लाह की जमीन ही तुम देख लो सिद्धू जाट कह रहे थे हम कभी जंबा साहब को गालियां नहीं उलमा सूह की साफ में दाखिल हो गए ये भी यहूदी मिर्जाई जेड़े ने इन्हां ते अल्लाह दी जमीन ही तंग हो गई है। बेशर्मो तुसी भी किसी नु ताना मारन जोगे हो। आसमान दे नीचे बदतरीन मखलूक है मिर्जाई। बेशक 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 भंग पोसा चुक के अफ्रीका जाना ने जाओ साडी जान छड्डो मरो जाके अफ्रीका च किते नहीं है हुणी सिद्धू जट ਤੁਹਾਨੂੰ ਕਹਿ ਰਿਹਾ ਸੀ ਅਸੀਂ ਤਾਰਕ ਚੌਹਾਨ ਨੂੰ ਕੁਝ ਨਹੀਂ ਕਹਿੰਦੇ ਅਸੀਂ ਜੰਬਾ ਸਾਹਿਬ ਨੂੰ ਕੁਝ ਨਹੀਂ ਕਹਿੰਦੇ। ਦੇਖੋ ਕਿੰਨੀਆਂ ਗਾਲਾਂ ਕੱਢ ਕੇ ਗਿਆ ਨਜ਼ੀਰ ਬਿਲਾਲ ਮਿਰਜ਼ਾਈ। ਚੌਹਾਨ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਕਿ ਇਹ ਕੋਈ ਮਤਲਬ ਹੈ ਕੋਈ ਟੈਕਨੀਕਲ ਫਾਲਟ ਹੈ ਜਾਂ ਕੀ ਇਸ਼ੂ ਹੈ ਕਿ ਜਦੋਂ ਮਿਰਜ਼ਾਈ 40 ਸਾਲਾਂ ਤੋਂ ਲੰਘਦਾ ਹੈ ਨਾ ਤੇ ਪਾਗਲ ਹੋ ਜਾਂਦਾ ਹੈ। ਨਜ਼ੀਰ ਤਰ੍ਹਾਂ ਉਹ ਸ਼ੇਖ ਸਾਹਿਬ ਆਏ ਸੀ ਥੋੜ੍ਹੀ ਦੇਰ ਪਹਿਲੇ ਇਸ ਤਰ੍ਹਾਂ ਅੱਜ ਜਿੰਨੇ ਵੀ ਮੈਂ ਵੇਖੇ ਨਾ 50 ਤੋਂ ਉੱਤੇ ਵਾਲੇ ਤੇ ਜਿੰਨੇ ਵੇਖੇ ਨੇ ਮੈਂ ਸਾਰੇ ਪਾਗਲ ਹੀ ਵੇਖੇ ਨੇ। ਉਹ ਅਕਲਮੰਦ ਮੈਂ ਇੱਕ ਨਹੀਂ ਵੇਖਿਆ। ਥੱਲੇ ਵਾਲੇ ਤੇ ਬੇਵਕੂਫ ਹੈ ਹੀ ਹੈ ਨੇ। ਜਿਹੜਾ 50 ਤੋਂ ਉੱਤੇ ਜਾਂਦਾ ਹੈ ਨਾ ਉਹਦਾ ਬਿਲਕੁਲ ਹੀ ਦਿਮਾਗ ਸੜ ਜਾਂਦਾ। ਚੌਹਾਨ ਸਾਹਿਬ ਕੀ ਰੋਲਾ ਕੀ ਹੈ ਇਹ ਤੁਹਾਨੂੰ ਨਹੀਂ ਪਤਾ मिर्जा बशीरुद्दीन महमूद साहब ने यही फरमाया है कि आकिल का यहाँ पर काम नहीं वो लाखों भी बेफायदा है मकसूद मेरा पूरा हो अगर मिल जाए मुझे दीवाने दो। तो उन्होंने कहा कि ਜਿਹੜਾ ਪਾਗਲਾਂ ਦੀ ਤਰ੍ਹਾਂ ਇਤਾਅਤ ਨਹੀਂ ਨਾ ਕਰਦਾ ਉਹ ਬੇਈਮਾਨ ਹੈ। ਤੇ ਜ਼ਾਹਿਰ ਹੈ ਮਿਰਜ਼ਾਈਆਂ ਅਗਰ ਪਾਗਲਾਂ ਦੀ ਤਰ੍ਹਾਂ ਇਤਾਅਤ ਕਰਨੀ ਤਾਂ ਮੱਤ ਮਾਰੀ ਜਾਏਗੀ ਨਾ ਆਪਣਾ ਦਿਮਾਗ ਤੇ ਇਸਤੇਮਾਲ ਨਹੀਂ ਕਰਨਾ। ਤੇ ਇਸ ਵਜ੍ਹਾ ਨਾਲ ਜ਼ਾਹਿਰ ਹੈ 50 ਸਾਲ ਦੇ ਬਾਅਦ ਫਿਰ ਇਹਨਾਂ ਦੀ ਜਿਹੜੀ ਰਹੀ ਸਹੀ ਉਹ ਵੀ ਮੱਤ ਮਾਰੀ ਜਾਂਦੀ। ਇਹੀ ਮਿਸਾਲ ਅਸੀਂ ਹਰ ਵਕਤ ਦੇਖ ਰਹੇ ਹਾਂ। ਯਾਨੀ ਮੁਅੱਯਨ ਤੁਸੀਂ ਸਵਾਲ ਇਹਦੇ ਕੋਲ ਕਰੇ ਮਿਰਜ਼ਾਈ ਮਜਾਲ ਹੈ ਕਿ ਉਹਦਾ ਜਵਾਬ ਦੇ ਦੇ। 2 ਲਫ਼ਜ਼ਾਂ ਜਵਾਬ ਹੁੰਦਾ ਉਹਦਾ लेकिन वो घंटा तकरीर करेगा ਉਹਦੇ ਤੇ ਜਵਾਬ ਫਿਰ ਵੀ ਨਹੀਂ ਦੇਗਾ। ਜਿਹੜਾ ਸਵਾਲ ਕਰੋਗੇ ਉਹਦਾ ਜਵਾਬ ਨਹੀਂ ਦੇਗਾ ਸੱਜੇ ਖੱਬੇ ਕਈ ਮਾਰ ਹਾਂ ਹਦੀਸਾਂ ਸੁਣਾਏਗਾ ਉਹ ਅੰਬੀਆ ਦੀਆਂ ਮਿਸਾਲਾਂ ਦੇਗਾ ਲੇਕਿਨ ਜਵਾਬ ਸਵਾਲ ਦਾ ਜਵਾਬ ਨਹੀਂ ਦੇਗਾ। ਗੱਲ ਵੇਖਿਆ ਨਹੀਂ ਸਿੱਧੂ ਨੂੰ ਕਿੰਨੀ ਵਾਰੀ ਉਹ ਸਵਾਲ ਕੀਤਾ। अस्सलाम वालेकुम अमन नज़ीर भाई क्या हाल चाल सब ठीक हो? नहीं आ रही मेरी ਚੌਹਾਨ ਆਪਣਾ ਕਾਸ਼ਫ ਸਾਹਿਬ ਤੁਹਾਡੀ ਆਵਾਜ਼ ਆ ਰਹੀ ਹੈ ਲੇਕਿਨ ਬਹੁਤ ਜ਼ਿਆਦਾ ਆ ਰਹੀ ਹੈ ਆਵਾਜ਼ ਤੁਹਾਡੀ ਗੂੰਜਣ ਰਹੀ ਹੈ। ਮੇਰਾ ਖਿਆਲ ਹੈ ਤੁਸੀਂ ਕਿਸੇ ਐਸੀ ਜਗ੍ਹਾ 'ਤੇ ਹੋ ਜਿੱਥੇ ਆਵਾਜ਼ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਇਕੋ ਕਰ ਰਹੀ ਹੈ। अच्छा हाँ मैं मार्केट च बैठा ना तो मैं हालांकि ऑफिस बैठा हूँ इस बावजूद ठीक। अच्छा आमन नज़ीर साहब को मेरा एक सवाल है। आमन नज़ीर साहब को मेरा एक सवाल है। करो आमन नज़ीर भाई की आवाज नहीं आ रही। करो सवाल ਉਸਤਾਦ ਜੋ ਤੁਹਾਡਾ ਉਹਨਾਂ ਨਾਲ ਠੇਕਾ ਮੁੱਕਿਆ ਉਹ ਤੁਹਾਡੀ ਤਸਵੀਰ ਜੀ ਟੰਗੀ ਫਿਰਦੇ ਹੁੰਦੇ ਸਿਰਫ ਤੁਹਾਨੂੰ ਹੀ ਮਤਲਬ ਕੋਈ ਕੰਧ ਰਹਿੰਦੇ ਆ ਉਹ ਕੀ ਉਹ ਫਿਕਸ ਫਾਈਟਰ ਪਤਾ ਨਹੀਂ ਕੀ ਹੈ। ਮੈਂ ਜਦੋਂ ਵੇਖਿਆ ਉਹਨਾਂ ਦੀ ਤੁਹਾਡੀ ਤਸਵੀਰ ਟੰਗੀ ਹੁੰਦੀ ਉਹਨਾਂ ਨੂੰ ਜਿਹਦੇ ਕੋਲ ਜ਼ਿਆਦਾ ਦੁੱਖ ਹੋਏਗਾ ਉਹਦੀ ਤਸਵੀਰ ਲਾਣਗੇ ਨਾ ਉਹ ਜ਼ਾਹਿਰ ਹੈ। ਇਹ ਜਵਾਬ ਮੈਂ ਤੇ ਹਿਸਾਬ ਲਾਇਆ ਵੀ ਉਹਨਾਂ ਨੇ ਕੋਈ ਠੇਕਾ ਕੀਤਾ ਉਹਨਾਂ ਨੇ ਸਾਲ ਦਾ। ਇੱਥੇ ਐਸੇ ਵੀ ਬੰਦੇ ਮੁਸਲਮਾਨ ਹੈ ਨੇ ਸਾਡੇ ਭਾਈ ਜਿਹੜੇ ਸਿੱਧੀਆਂ ਗਾਲਾਂ ਵੀ ਕੱਢਦੇ ਨੇ ਉਹਨਾਂ ਦੀ ਫੋਟੋ ਨਹੀਂ ਲਾਉਂਦੇ। ਅਸੀਂ ਸਿੱਧੀ ਗਾਲ ਵੀ ਨਹੀਂ ਕੱਢਦੇ ਲੇਕਿਨ ਫੋਟੋ ਸਿਰਫ ਸਾਡੀ ਕਿਉਂ? ਹੁਣ ਤੇ ਕੀ ਕਹਿੰਦਾ ਜਿੱਥੇ ਵੇਖੋ 313 ਹੀ ਲਿਖਿਆ 313 ਨੂੰ ਅੱਜ ਤੇ ਮੇਰਾ ਨਾਂ ਲਿਖ ਕੇ ਗੱਲ ਕਰ ਰਾਤੀ ਇੱਕ ਫੇਕ ਆਈਡੀ ਵੀ ਬਣਾਈ ਸੀ ਕਿਸੇ ਨੇ। ਹਾਂਜੀ ਮੈਂ ਕਹਿ ਰਿਹਾ ਥੱਲੇ ਹੁਣ ਜਿਹੜਾ
ਫੇਕ ਆਈਡੀ ਬਣਾ ਕੇ ਆਇਆ ਮੇਰੇ ਨਾਂ ਦੀ, ਠੀਕ ਹੈ, ਗਲੀਜ਼ ਗਾਲਾਂ ਲਿਖ ਰਿਹਾ, ਉਹਨੂੰ ਮੈਂ ਰੱਦ ਸਬ ਸਾਮੀਨ ਅਲਾ ਵਜੂਹੀ ਮੇਰਾ ਕੰਮ ਕਰਦੇ, ਮੈਂ ਡ੍ਰੌਪ। ਮੈਂ ਇੱਥੇ ਇhtਜਾਜ ਕਰਨਾ ਸੀ ਤੇ ਕਹਿਣਾ ਚਾਹਾਂਗਾ ਕਿ ਮਰਜ਼ੀ ਹੋਰ ਮੈਨੂੰ ਗਾਲ ਕੱਢੋ, ਠੀਕ ਹੈ, ਲੇਕਿਨ ਮਿਰਜ਼ਾ ਕਹਿੰਦੇ ਨੇ ਦੇਖੋ ਇਹਨੇ ਆਪਣੇ ਉਸਤਾਦ ਨੂੰ ਪਿੱਛੇ ਕਰ ਛੱਡਿਆ ਤੇ ਆਪ ਆ ਕੇ ਅੱਗੇ ਗਾਲਾਂ ਖਾਣ ਸੇ, ਕਹਿੰਦਾ ਇਹ ਮਤਲਬ ਹੀ ਇਹੀ ਅਸੀਂ ਨਤੀਜਾ ਕੱਢ ਸਕਦੇ ਹਾਂ। 313 ਹੁਣ ਉਹ ਕੰਧ ਬਣ ਗਈ ਹੈ ਕਿ ਜਿਹਦੇ ਉਸ ਸਾਈਡ ਤੱਕ ਖਲੋ ਕੇ ਮਰਜ਼ੀ ਉਹ ਗਾਲ ਦੇਣ ਲੱਗੇ ਨੇ ਜਿਹੜਾ ਉਹਨਾਂ ਦੇ ਖਲੀਫਾ ਨੂੰ ਦੇਣੀ ਚਾਹੀਦੀ, ਠੀਕ ਹੈ, ਔਰ ਤਕਲੀਫ ਹੈ ਔਰ ਇਨਸ਼ਾਅੱਲਾ ਤਾਲਾ ਹੁੰਦੀ ਰਹੇਗੀ ਔਰ ਅਸੀਂ ਪਹੁੰਚਾਉਂਦੇ ਰਵਾਂਗੇ ਇਨਸ਼ਾਅੱਲਾ ਇਨਸ਼ਾਅੱਲਾ। ਯਾਨੀ ਉਹ ਸ਼ੇਖ ਸਾਹਿਬ ਜਿਹੜੇ ਗੱਲ ਕਰ ਰਹੇ ਸੀ, ਮੈਂ ਉਹਨਾਂ ਨੂੰ ਮੁਜੱਦਦੀਨ ਦੇ ਉਹਨਾਂ ਨੂੰ ਹਵਾਲੇ ਦੇ ਰਿਹਾ, ਤੂੰ ਆਪਣੀ ਕਹਾਣੀਆਂ ਸੁਣਾਈ ਜਾ ਰਿਹਾ। ਅਜੀਬ ਆਦਮੀ ਤੇ ਪਾਗਲ ਦਿਮਾਗ ਮਰਜ਼ਾਈ ਨੇ, ਕੋਈ ਹਾਲ ਨਹੀਂ ਤਾਂ ਇਹਨਾਂ ਦਾ। ਉਸਤਾਦ ਜੀ ਸਵਾਲ ਹੈ ਵੇ ਕਿ ਜਿੰਨੇ ਵੀ ਮਰਜ਼ਾਈ ਨੇ, ਇਹ ਨਹੀਂ ਹੈ ਜਿਹੜਾ ਜ਼ਹਿਨੀ ਮਰੀਜ਼ ਆਇਆ, ਸਾਰੇ ਲੈ ਲਓ। ਬਹੁਤ ਜ਼ਿਆਦਾ ਗੁਫ਼ਤਗੂ ਕਰਨ ਦੇ ਕੀ ਵਜ੍ਹਾ ਹੈ ਕਿ ਇੰਨੀ ਜ਼ਿਆਦਾ ਗੁਫ਼ਤਗੂ ਕਰਨਗੇ ਲੇਕਿਨ ਜਵਾਬ ਨਹੀਂ ਦੇਣਗੇ। ਕੀ ਜ਼ਿਆਦਾ ਬੋਲਣਾ ਬੰਦਾ ਸੱਚਾ ਸਾਬਿਤ ਹੋ ਜਾਂਦਾ, ਕਿ ਉਹਦਾ ਮੁਕੱਦਮਾ ਜਿਹੜਾ ਵਜ਼ਨੀ ਹੋ ਜਾਂਦਾ। ਮਸਲਾ ਹੀ ਅਸਲ ਇਹ ਵੇ ਕਿ ਜਦੋਂ ਜਵਾਬ ਨਹੀਂ ਹੁੰਦਾ ਤੇ ਫਿਰ ਬੰਦਾ ਜ਼ਿਆਦਾ ਗੱਲ ਕਰਦਾ ਹੈ, ਲੰਬੀਆਂ ਚੌੜੀਆਂ ਛੋੜਦਾ ਹੈ ਕਿ ਕਿਸੇ ਤਰ੍ਹਾਂ ਕਵਰ ਹੋ ਜੇ, ਮੇਰੇ ਕੋਲ ਜਵਾਬ ਤੇ ਹੈ ਨਹੀਂ, ਤੇ ਚਲੋ ਕਿਸੇ ਤਰ੍ਹਾਂ ਕੋਈ ਜ਼ਿਆਦਾ ਲਫ਼ਜ਼ਾਂ ਨਾਲ, ਜ਼ਿਆਦਾ ਲੰਬੀ ਚੌੜੀ ਤਕਰੀਰ ਨਾਲ ਕੋਈ ਨਾ ਕੋਈ ਗੱਲ ਤੇ ਵਿੱਚ ਆਪਣੀ ਜਗ੍ਹਾ ਫਿੱਟ ਹੋ ਜਾਏਗੀ ਨਾ। ਸਾਡੇ ਪਿੰਡ ਕੋਈ ਡਾਕਟਰ ਸਨ, ਉਹ ਪ੍ਰੈਕਟੀਸ਼ਨਰ ਸਨ, ਯਾਨੀ ਉਹ MBBS ਡਾਕਟਰ ਨਹੀਂ ਸਨ, ਬਸ ਐਵੇਂ ਡਾਕਟਰਾਂ ਕੋਲੋਂ ਤਿਆਰੀ ਤੁਰੀ ਕਰਕੇ ਸਿੱਖ ਸੁੱਖ ਕੇ ਨਾ ਤੇ ਉਹ ਡਾਕਟਰ ਬਣੇ ਸੀ। ਤੇ ਉਹਨਾਂ ਕੋਲ ਜਦੋਂ ਜਾਓ ਨਾ ਤੇ ਉਹਨਾਂ ਨੂੰ ਕਹੋ ਵੀ ਸਾਡੇ ਮਸਲਮ ਭਾਵੇਂ ਹਲਕਾ ਜਿਹਾ ਬੁਖਾਰ ਹੈ ਜਾਂ ਜ਼ੁਕਾਮ ਹੈ ਜਾਂ ਕੋਈ ਸਿਰ ਪੀੜ ਹੈ, ਉਹਨਾਂ ਨੇ ਤੁਹਾਨੂੰ ਉਹ ਜਿਹੜੀਆਂ ਗੋਲੀਆਂ ਦੇਣੀਆਂ ਨੇ ਨਾ 7-8 ਭਰੋਟਾ ਬਣਾ ਕੇ, ਬਜ਼ੁਰਗਾਂ ਨੂੰ ਅੱਲਾ ਜੰਨਤ ਦੇ ਆਂਦੇ ਹੁੰਦੇ ਸੀ, ਭਰੋਟਾ ਪੂਰਾ ਬਣਾ ਕੇ ਦੇ ਪੂਰੀ ਉਹ ਗੰਢੜੀ ਬੰਨ ਕੇ ਦਿੰਦੇ ਸਨ। ਇਸ ਗੱਲੇ ਚਲੋ ਕੋਈ ਨਾ ਕੋਈ ਗੋਲੀ ਤਾਂ ਟੱਚ ਹੋ ਹੀ ਜਾਏਗੀ ਨਾ, ਕਿਸੇ ਨਾ ਕਿਸੇ ਨਾਲ ਤਾਂ ਆਰਾਮ ਆ ਹੀ ਜਾਏਗਾ। ਇਸ ਗੱਲੇ ਮਰਜ਼ਾਈ 26-27 ਗੱਲਾਂ ਕਰਦੇ ਨੇ ਵੀ ਕੋਈ ਨਾ ਕੋਈ ਗੱਲ ਤੇ ਜਿਹੜੀ ਉਹ ਆਪਣੀ ਜਗ੍ਹਾ ਜਾ ਕੇ ਲੱਗ ਹੀ ਜਾਏਗੀ ਨਾ। ਯਾਨੀ ਸਵਾਲ ਪੁੱਛਿਆ ਜਾਏ, ਮਿਰਜ਼ਾ ਸਾਹਿਬ ਦਾ ਦਾਅਵਾ ਨਬੂਵਤ ਹੈ ਸੀ, ਇਹਦੇ ਉੱਤੇ ਜਲਸਾ ਸਾਲਾਨਾ ਦੀ ਤਕਰੀਰ ਬਣਦੀ ਹੈ, ਆ ਗਲਤੀ ਕਾ ਜ਼ਾਲਾ ਪੜੇ, ਉਹਨੂੰ ਸ਼ੁਰੂ ਤੋਂ ਰਹੋ ਅਖੀਰ ਤੱਕ ਪੜੋ, ਵੀ ਸਿੱਧੀ ਗੱਲ ਦੱਸ ਹੈ ਸੀ ਕਿ ਨਹੀਂ ਸੀ। अच्छा एक मिनट आमिर भाई एक मिनट यार की नाम है साहिल कालू ਨਜ਼ੀਰ ਸਾਹਿਬ ਜਿਹੜਾ ਬਾਰ-ਬਾਰ ਕਹਿਣ ਨੇ ਨਾ ਕਾਲ ਤੇ, ਅਗਰ ਇਹਨਾਂ ਨੇ ਬੰਦੇ ਦੇ ਪੁੱਤਰਾਂ ਤਰ੍ਹਾਂ ਗੱਲ ਕਰਨੀ ਹੈ ਤੇ ਕਾਲ ਤੇ ਚੁੱਕ ਲੈ, ਇਹਨਾਂ ਨੂੰ ਪਹਿਲੇ ਪੁੱਛ ਲੈ ਕਿ ਇਨਸਾਨ ਦੇ ਬੱਚਿਆਂ ਤਰ੍ਹਾਂ ਗੱਲ ਕਰਨੀ ਹੈ ਤੇ ਕਾਲ ਤੇ ਆ ਜਾ। ਉਹਨੇ ਮੈਨੂੰ ਗਾਲਾਂ ਲੇਕਿਨ ਉਹ ਕੱਢੀਆਂ ਕੰਮ ਨਹੀਂ ਕਰਨਾ, ਗਾਲ ਨਹੀਂ ਕੱਢੇਗਾ ਗਾਲਾਂ ਤੁਹਾਨੂੰ ਸਾਹਿਬ ਅਗਰ ਕੱਢੇ ਕਦੇ ਥੱਲੇ ਚੁੱਕ ਕੇ ਥੱਲੇ ਛਿੱਤਰਾਂ 'ਚ ਫਿਰ ਤਾਜੀ ਪਹਿਲੇ ਮੈਂ ਸਾਡੇ ਪ੍ਰੋਟੈਸਟ ਕਰਾਂਗੇ ਥੱਲੇ ਜਿਹੜਾ ਕਮੈਂਟਾਂ 'ਚ ਸਾਨੂੰ ਦੇਣ ਲੱਗੇ ਨੇ, ਦੇਖੋ ਸਰਕਾਰੀ ਲਿਖ ਕੇ ਤੇ ਕਿਹੜੀ ਗੰਦੀ ਗਾਲ ਮਾਂ ਪੈਂਦੀ ਤੇਰੇ, ਇਹਨਾਂ ਨੂੰ ਕਿਉਂ ਨਹੀਂ ਤੁਸੀਂ ਮਿਊਟ ਕਰ ਦਿਓ, ਜਿਹੜੇ ਗਾਲਾਂ ਕੱਢਦੇ ਮਿਊਟ ਕਰੋ ਬਾਈ, 5-5 ਮਿੰਟ ਉਹਨਾਂ ਨੂੰ ਮਿਊਟ ਰੱਖੋ ਤਾਂ ਕਿ ਉਹ ਰੈਸਟ ਕਰ ਲੈਣ। ਤੁਸੀਂ ਉੱਤੋਂ ਡਾਇਰੈਕਟ ਦੋ ਤੁਸੀਂ ਕੱਢ ਦਿਓ। ਵਕਤ ਉਮਤ ਦੇ ਨਾਲ ਪਾਲਾ ਪੈ ਗਿਆ ਹੈ। ਉਹ ਜਿਹੜੀ ਉਹ ਮੂਸਾ ਟਿੰਡ ਹੈ ਉਹ रोने लगी है कि जी हमें पाकिस्तान से निकाला, क्या हमारी तबलीग रुक गई? हाय होए, मुझे वहां पे मना किया, मैं यहाँ पे आके शुरू कर दी। हमारे किताबों पे पाबंदी है, कहता ਇੱਥੇ ਆ ਕੇ ਕਹਿੰਦੇ ਨੇ रूहानी खजान पे बात नहीं होगी। ਅੱਛਾ ਤਾਂ ਤਾਰਿਕ ਸਾਹਿਬ ਜਿਹੜੀ ਇਹਨਾਂ ਦੇ ਕੀ ਕਹੀਦਾ जिस सलीब का सहारा लेके बैठे हैं। प्यारे भाई मैंने कभी गाली नहीं निकाली आज तक, गाली नहीं। ਮੁਸਲਮਾਨਾਂ ਨੂੰ ਸਲਾਮ ਨਾ ਕਰਿਆ ਕਰ, ਪਹਿਲਾਂ ਤੁਹਾਨੂੰ ਅੱਗੇ ਦੱਸਿਆ ਮਿਰਜ਼ਾ ਸਾਹਿਬ ਕਹਿੰਦੇ ਸੀ ਕਿ ਮੁਸਲਮਾਨਾਂ ਨੂੰ ਸਲਾਮ ਨਹੀਂ, ਸਲਾਮ ਅਲਾ ਮਨ ਇਤਬਲ ਹੁਦਾ ਆਖਣਾ, ਤੁਹਾਨੂੰ ਇਹ ਆਖਣਾ ਚਾਹੀਦਾ ਹੈ। ਐਡਾ ਮੁਸ਼ਕਿਲ ਅਲਫਾਜ਼ ਕਿੱਥੋਂ ਕਰੇਗਾ ਮਿਰਜ਼ਾ ਸਾਹਿਬ ਦੇ ਪੈਰੋਕਾਰ ਤੁਸੀਂ ਹੋ ਕਿ ਮੈਂ ਆ? भाई वो देखो हदीस मुबारक है कि चलो। मस्जिदें भरी होंगी मगर हदैयत से खाली। ਹੈਲੋ ये दसो सही गल है कि गलत गल है? ਨਜ਼ੀਰੇ हाँ। ਮਿਰਜ਼ਾ ਸਾਹਿਬ ਆਂਦੇ ਨੇ ਕਿ ਮੁਸਲਮਾਨਾਂ ਨੂੰ ਸਲਾਮ ਨਹੀਂ ਕਰਨਾ, ਸਲਾਮ ਅਲੈਕਮ ਵਰਹਿਮਤੁल्लाह ਵਬਰਕਾਤੁਹ ਨਹੀਂ ਆਖਣਾ, ਆਖਣਾ ਸਲਾਮੁਨ ਅਲਾ ਮਨ ਇਤਬਲ ਹੁਦਾ। ਪਕਾ ਇਹਨੂੰ ਸਬਕ ਨੂੰ ਮੇਰੇ ਮਗਰ ਲੱਗ ਕੇ, ठीक मैं है, मिर्जा ठीक है, साहब अच्छा। ਮੇਰੇ ਮਗਰ ਲੱਗ ਕੇ ਪੜਨਾ ਸਲਾਮੁਨ ਅਲਾ ਮਨ ਇਤਬਲ ਹੁਦਾ। ठीक है दुरुस्त फरमाया तुसी। ਉਹ ਕਿੱਥੋਂ ਪੜੇ ਵਿਚਾਰਾ, ਉਹ ਮੇਰੇ ਪਿੱਛੇ ਲੱਗ ਕੇ ਪੜਦੇ ਨਾ। ਐਡਾ मैं- ਫਿਕਰਾ ਕਿੱਡਾ मेरे- ਕਿਹੜਾ। मेरी जबान पे इस टाइम हदीस चढ़ी दी है और कोई हाँ। गल नहीं चल ਸਾਡੀ रही। ਥੱਲੇ ਹਦੀਸ ਦੇਖੋ ਪ੍ਰੋਟੈਸਟ ਆ ਰਿਹਾ ਹੈ। ਸੇ ਸਾਹਿਬ ਕਹਿ ਰਹੇ ਨੇ ਕਿ ਮਰਜ਼ੋਟਿਆਂ ਨੂੰ ਮਿਊਟ ਨਹੀਂ ਲਾ ਰਹੇ, ਉਹ ਮੁਸਲਮਾਨਾਂ ਨੂੰ ਕੋਈ ਮਿਊਟ ਲਾਈ ਜਾ ਰਿਹਾ। मेरी ਜਿਹੜੇ जबान ਗਾਲ पे ਕਰ ਰਹੇ हदीस ਉਹਨਾਂ ਨੂੰ मुबारक है भाई, मेरी जबान पे हदीस मुबारक से अलावा कोई ਉਹ गल ਗੱਲ नहीं ਸੁਣ आ रही। ਨਾ, ਗੱਲ ਸੁਣ। हाँ ਹਦੀਸ ਇੱਥੇ ਸਿਰਫ ਉਹ ਪੇਸ਼ ਕੀਤੀ ਜਾ ਸਕਦੀ ਹੈ ਜਿਹੜੀ ਹਦੀਸ
ਸਕੈਨ ਨਾਲ ਲਾ ਕੇ ਉਹਦੀ ਸਨਦ ਸਮੇਤ ਤਹਿਕੀਮ ਸਮੇਤ ਪੇਸ਼ ਕੀਤੀ ਜਾ ਸਕਦੀ ਹੈ, ਵਰਨਾ ਨਹੀਂ ਕੀਤੀ ਜਾ ਸਕਦੀ। ਕਿਉਂਕਿ ਬਹੁਤ ਸਾਰੀਆਂ ਸੁਣ ਲੈ ਬਹੁਤ ਸਾਰੀਆਂ ਹਦੀਸਾਂ ਝੂਠੀਆਂ ਨੇ, ਨਬੀ ਪਾਕ ਦੇ ਜ਼ਿੰਮੇ ਲਾ ਦਿੱਤੀਆਂ, ਲੇਕਿਨ ਨਬੀ ਪਾਕ ਦੇ ਉਹ ਅਕਵਾਲ ਨਹੀਂ ਹੈ। ਅਗਰ ਐਸੀ ਕੋਈ ਹਦੀਸ ਹੈ ਜਿਹਦੀ ਤਹਿਕੀਮ ਔਰ ਸਨਦ ਮੌਜੂਦ ਹੈ, ਲਿਆਓ ਇੱਥੇ ਪਹਿਲਾਂ ਸਕੈਨ ਲਾਓ, ਮੈਂ ਖੁਦ ਪੜ੍ਹਨਾ। ਅੱਛਾ, ਮੈਂ ਚਲੋ ਜਿਹੜੀ ਹਦੀਸ ਹੈ ਕਿ ਮਸਜਿਦਾਂ ਭਰੀਆਂ ਹੋਣਗੀਆਂ ਹਦਾਇਤ ਤੋਂ ਖਾਲੀ ਹੋਣਗੀਆਂ, ਜ਼ਬਾਨੀ ਨਹੀਂ, ਉਹ ਜ਼ਬਾਨੀ ਨਹੀਂ, ਹਦੀਸ ਕੀ ਹੈ? ਹੈਲੋ, ਜ਼ਬਾਨੀ ਨਹੀਂ ਚਾਹੀਦੀ। ਕਿਉਂ ਜ਼ਬਾਨੀ ਕਿਉਂ ਨਹੀਂ ਚਾਹੀਦੀ ਬਈ? ਅਮਨ ਨਜ਼ੀਰ ਸਾਹਿਬ, ਇਹ ਨਜ਼ੀਰ ਸਾਹਿਬ ਦੀ ਮੇਰੇ ਨਾਲ ਗੱਲ ਕਰਾਓ। ਕਰੋ ਅਦਾਬ ਅਰਜ਼ ਜੀ ਸਾਰਿਆਂ ਨੂੰ। ਵੈਲਕਮ ਜੀ ਸਾਹਿਬ ਕੋ ਕਸਰ ਰਹਿ ਗਈ ਜਿਹੜੀ ਤੁਸੀਂ ਹੁਣ ਮਜ਼ੀਦ ਪੂਰੀ ਕਰਾਣੀ ਹੈ। ਕੀ ਹੋ ਗਿਆ ਜੀ ਖਾਦਮ ਸਾਹਿਬ, ਕੀ ਹੋ ਗਿਆ? ਇਹ ਹਦੀਸਾਂ ਨਹੀਂ, ਇਹ ਹਦੀਸਾਂ ਉਹਨਾਂ ਪਹਿਲੇ ਨਹੀਂ ਸੁਣੀਆਂ। ਤੁਸੀਂ ਡੇਲੀ ਆ ਕੇ ਜਿਹੜਾ ਮਿਰਜ਼ਾ ਸਾਹਿਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਗਾਲਾਂ ਪਵਾਉਂਦੇ ਜੇ, ਇਹਦੇ ਤੁਹਾਨੂੰ ਸਕੂਨ ਕੀ ਮਿਲਦਾ? ਖਾਦਮ ਸਾਹਿਬ ਤੁਸੀਂ ਵੀ ਇਹਨਾਂ ਦੀ ਜ਼ੁਬਾਨ ਬੋਲ ਰਹੇ ਹੋ, ਤੁਸੀਂ ਅਹਿਮਦੀ ਹੋ। ਮੈਂ ਤੁਹਾਡੀ ਖਿਦਮਤ ਵਿੱਚ ਤੁਹਾਡੇ ਪੈਰਾਂ ਨੂੰ ਹੱਥ ਤੁਸੀਂ ਲਾਣਾ। ਇਹ ਗਲਤ ਜ਼ੁਬਾਨ ਇਸਤੇਮਾਲ ਨਾ ਕਰੋ, ਗਾਲੀਆਂ ਕੋਈ ਨਹੀਂ ਪਵਾਉਂਦਾ। ਤੁਸੀਂ ਵੀ ਇਹ ਸਰਕਾਰੀ ਜ਼ੁਬਾਨ ਇਹਨਾਂ ਦੇ ਨਾਲ ਮਿਲ ਕੇ ਗੱਲ ਕਰ ਰਹੇ ਹੋ। ਮੈਂ ਇਹਨਾਂ ਦੇ ਨਾਲ ਨਹੀਂ ਮਿਲ ਕੇ ਗੱਲ ਕਰ ਰਿਹਾ। ਤੁਸੀਂ ਵੀ ਅਕਲ ਤੋਂ ਕੰਮ ਲਓ, ਤੁਸੀਂ ਵੀ ਜਿਹੜਾ ਨਾ ਸਰਕਾਰੀ ਜ਼ੁਬਾਨ ਬੋਲ ਰਹੇ ਹੋ। ਮੈਂ ਗਾਲੀਆਂ ਪਵਾਉਂਦਾ, ਤੁਹਾਨੂੰ ਪਤਾ ਹੈ ਮੈਂ ਗਾਲੀਆਂ ਪਵਾਉਂਦਾ। ਮੈਂ ਇੱਥੇ ਆ ਕੇ ਮੈਂ ਹਦੀਸ ਸੁਣਾਈ ਹੈ, ਇਹਨਾਂ ਨੇ ਗਾਲਾਂ ਕੱਢੀਆਂ ਨੇ, ਅੱਗੋਂ ਗਾਲਾਂ ਕੱਢਦੇ ਨੇ। ਕਿਸੇ ਨੇ ਹਦੀਸ ਸੁਣਾ, ਅੱਗੋਂ ਕੋਈ ਗਾਲਾਂ ਕੱਢੇ ਤੇ ਮੈਂ ਗਾਲਾਂ ਪਵਾਉਂਦਾ। ਤੁਸੀਂ ਕੋਈ ਅਕਲ ਤੋਂ ਕੰਮ ਲੈ ਰਹੇ ਹੋ? ਕੋਈ ਤੁਹਾਡੇ ਅੰਦਰ ਵੀ ਅਹਿਮੀਅਤ ਗਈ ਹੈ ਜਾਂ ਬਾਰ-ਬਾਰ ਜ਼ੁਬਾਨ ਤੇ ਹੀ ਹੈ? ਨਹੀਂ, ਤੁਸੀਂ ਇਹ ਦੱਸੋ ਕਿ ਉਹਨਾਂ ਪਹਿਲੇ ਹਦੀਸ ਨਹੀਂ ਸੁਣੀ? ਉਹ ਸੁਣੀਏ ਤੇ ਫਿਰ ਦੁਬਾਰਾ ਹੁਣ ਇਹਨਾਂ ਨੂੰ ਕੁਰਾਨ ਹਦੀਸ ਨਾ ਦਸੀਏ, ਫਿਰ ਚੁੱਪ ਕਰ ਜਾਈਏ। ਨਹੀਂ ਤੇ ਇਹਨਾਂ ਨੂੰ ਤੁਹਾਨੂੰ ਹੋਰ ਫਿਰ ਹਜ਼ਰਤ ਮਸੀਹ ਮੌਊਦ अलैहिस्सलाम ਨੇ ਆ ਕੇ ਇਹਨਾਂ ਨੂੰ ਪੈਗਾਮ ਦੇ ਦਿੱਤਾ, ਅਸੀਂ ਮੂੰਹ ਬੰਦ ਕਰ ਲੈਂਦੇ ਆ। ਅੱਛਾ, ਨਹੀਂ ਹਜ਼ਰਤ ਮਸੀਹ ਮੌਊਦ अलैहिस्सलाम ਆਖਣ ਦੀ ਲੋੜ ਨਹੀਂ ਹੈ, ਤੇ ਨਹੀਂ ਤਾਂ ਅਸਾਂ ਕਜ਼ਾਬ ਤੇ ਜਾਲਾ ਕਰਨਾ। ਨਹੀਂ ਖਾਦਮ ਸਾਹਿਬ, ਤੁਸੀਂ ਕੁਝ ਅਕਲ ਤੋਂ ਕੰਮ ਲਓ। ਤੁਸੀਂ ਸਰਕਾਰਾਂ ਨਾਲ ਰਹਿ ਕੇ ਸਰਕਾਰੀ ਹੋ ਗਏ, ਤੁਹਾਡੇ ਜ਼ਹਿਨ ਵੀ ਸਰਕਾਰੀ ਹੋ ਗਏ ਨੇ। ਕੋਈ ਖੌਫੇ ਖੁਦਾ ਕਰੋ। ਨਾਉਜ਼ ਬਿल्ला, ਮੈਂ ਗਾਲਾਂ ਪਵਾਉਂਦਾ, ਜਿਹੜਾ ਆਂਦਾ ਉੱਠਦਾ, ਜਿਹੜਾ ਇੱਥੇ ਤਬਲੀਗ करे ਇਹਨਾਂ ਨੂੰ ਪੈਗਾਮ ਦਿਓ। ਇਹ ਅੱਗੇ ਅਗਰ ਕੋਈ ਇਹ ਸੂਅਰ ਤੇ ਬੰਦਰ ਨੇ, ਇਹਨਾਂ ਨੇ ਅੱਗੋਂ ਕੀ ਜਵਾਬ ਦੇਣਾ ਸਾਨੂੰ? ਹਦੀਸ ਮੁਬਾਰਕ ਕੀ ਹੈ? ਸੂਅਰ ਤੇ ਬੰਦਰ ਜਿਹੜੇ ਹੋਣਗੇ ਉਹ ਰਹਿਮਤ ਭੇਜਣਗੇ। ਔਰ ਤੁਸੀਂ ਇਹ ਫਤਵੇਬਾਜ਼ੀ ਮੇਰੇ ਤੇ ਦੁਬਾਰਾ ਨਹੀਂ ਕਰਨੀ। ਤੁਸੀਂ ਜਾ ਕੇ ਘਰ ਬੈਠੋ ਔਰ ਅੱਲਾਹ ਕਰੋ। ਚਲੋ ਅੱਲਾਹ ਜਾਣਦਾ ਹੈ ਮੇਰਾ ਤੇ ਅੱਲਾਹ ਦਾ ਮਾਮਲਾ ਹੈ ਕਿ ਮੈਂ ਤਬਲੀਗ ਕਰ ਰਿਹਾ ਜਾਂ ਮੈਂ ਇੱਥੇ ਗਾਲਾਂ ਪਵਾ ਰਿਹਾ। ਜਿਹੜਾ ਜਾਇਲ ਉੱਠਦਾ ਤੇ ਆ ਕੇ ਫਤਵਾ ਜਾਰੀ ਕਰਦੇ ਟਿਕਟੌਕ ਤੇ, ਤੁਸੀਂ ਵੀ ਇਹਨਾਂ ਨਾਲ ਜਾਇਲ ਹੋ ਗਏ ਹੋ। ਤੁਸੀਂ ਅਹਿਮਦੀ ਹੋ। ਮੈਂ ਜਾਹਿਲ, ਤੁਹਾਡੇ ਆਲਮਾਂ ਨਾਲੋਂ ਮੈਂ ਜਾਹਿਲ ਬਹੁਤ ਅੱਛਾ ਹੈਗਾ। ਹਾਂ, ਬਹੁਤ ਅੱਛੇ ਜਾਇਲ ਹੋ ਜੋ ਤੇ ਅਹਿਮਦੀ ਤੇ ਆ ਕੇ ਇਤਰਾਜ਼ ਬੜੇ ਮੋਮਿਨ ਬਣ ਰਹੇ ਅਹਿਮਦੀ, ਤੁਸੀਂ ਗਾਲਾਂ ਪਵਾਉਂਦੇ ਹੋ। ਇਹ ਸਰਕਾਰੀਆਂ ਦੀ ਵੀ ਇਹੀ ਜ਼ਬਾਨ ਹੈ, ਇਹ ਬਚਣ ਵਾਸਤੇ ਕਹਿੰਦੇ ਨੇ। ਤੁਸੀਂ ਗਾਲਾਂ ਪਵਾਉਂਦੇ, ਤੁਸੀਂ ਵੀ ਨਾਲ ਬੈਠ ਕੇ ਇਹੀ ਗੱਲ ਕਰ ਰਹੇ ਹੋ, ਗਾਲਾਂ ਪਵਾਉਂਦੇ ਹੋ। ਬੜੇ ਤੁਸੀਂ ਨੇਕ ਬਣ ਰਹੇ ਹੋ, ਅਹਿਮਦੀ ਹੋ ਤੁਸੀਂ। ਨਜ਼ੀਰ ਬਿਲਾਲ, ਮੈਂ ਤੈਨੂੰ ਇੱਕ ਮਿਰਜ਼ਾ ਸਾਹਿਬ ਦੀ ਹਦੀਸ ਸੁਣਾ ਦੇਣਾ। ਜਾਓ ਉਹਨਾਂ ਨੇ ਕਿਹਾ ਸੀ ਤੇਰੇ ਜਿਹੇ ਬੰਦੇ ਆ ਕੇ हरामजादे की निशानी है कि सीधी राह इख्तियार न करे, तुसी वो मिल जाइए। हरामजादे हैं ये सारे। उल्टा बात, इनको अल्लाह रसूल की बात कहो तो आगे से गाली निकालते हैं। जो अल्लाह रसूल की बात कहे उसको वो कहें कि हम गालियां निकलवाते हैं अल्लाह रसूल को। भाईजान गल सुनो ना, तुसी ਉਹਨਾਂ ਲੋਕਾਂ ਨਾਲ ਨਹੀਂ ਗੱਲ ਕੀ ਸੁਣੀਏ? ਤੁਸੀਂ ਪੁੱਠੀ ਗੱਲ ਕਰ ਇਹਨਾਂ ਨੂੰ। ਮੈਂ ਆ ਕੇ ਹਦੀਸ ਸੁਣਾਈ ਹੈ, ਕੋ ਗਾਲਾਂ ਕੱਢਣ ਲੱਗ ਗਏ ਨੇ, ਤੇ ਮੈਂ ਇਹਨਾਂ ਨੂੰ ਇਸ ਵਜ੍ਹਾ ਤੋਂ ਹਦੀਸ ਸੁਣਾਈ ਵੀ ਗਾਲਾਂ ਕੱਢਣ। ਤੁਸੀਂ ਕਿਸੇ ਅਕਲ ਤੋਂ ਕੰਮ ਲੈ। ਤੁਹਾਡੀ ਕੋਈ ਉਮਰ ਅਕਲ ਵਾਲੀ ਹੈ ਉਮਰ ਜਾਂ ਫਤਵੇ ਦੇਣ ਵਾਲੀ? ਮੁਲਾਨਾ ਜ਼ਹਿਨ ਤੁਹਾਡਾ ਤੇ ਨਹੀਂ ਬਣ ਗਿਆ? ਤੁਹਾਨੂੰ ਵੀ ਇਸਲਾਮ ਦੀ ਤਾਲੀਮ ਦਾ ਪਤਾ ਹੈ ਜਾਂ ਕੀ ਹੈ? ਅਹਿਮਦੀਅਤ ਕੀ ਹੈ? ਇਸਲਾਮ ਕੀ ਹੈ? ਤਬਲੀਗ ਕੀ ਹੈ? ਆ ਕੇ ਦੂਸਰੇ ਦੇ ਫਤਵਾ ਮੈਂ ਗਾਲੀਆਂ ਕਢਵਾਉਂਦਾ। ਸੁਭਾਨ ਅੱਲਾਹ, ਬੜੇ ਤੁਸੀਂ ਨੇਕ ਅਹਿਮਦੀ ਆ ਗਏ ਹੋ। ਔਰ ਤੁਸੀਂ ਜਾ ਕੇ ਦਰੂਦ ਪੜਵਾਉਂਦੇ ਇਹਨਾਂ ਕੋਲ ਤੇ ਮੈਂ ਗਾਲੀਆਂ ਕਢਵਾਉਂਦਾ। ਤੁਸੀਂ ਇੱਥੇ ਬੈਠ ਕੇ ਇਹਨਾਂ ਕੋਲ ਦਰੂਦ ਪੜਵਾ ਲਓ। ਮੇਰੇ ਸਾਹਿਬ ਤੇ ਦਰੂਦ ਪੜਵਾ ਲਓ, ਜਰਾ ਕਹੋ ਇਹਨਾਂ ਨੂੰ ਕਿ ਦਰੂਦ ਪੜਾਣਾ ਹੈ। ਕਰਦਾ ਹੀ ਨਹੀਂ, ਮੈਂ ਕਿਉਂ ਕਰਾਂ ਇਹਨਾਂ ਨੂੰ ਤਬਲੀਗ? ਕੁਫਾਰ ਨਾਲ ਸਾਡਾ ਵਾਸਤਾ ਪਿਆ, ਜਿਹੜੇ ਉਲਮਾ ਸੂ ਤੇ ਉਹ ਜਿਹੜੀ ਬਦਤਰੀਨ ਮਖਲੂਕ ਨੇ। ਉਹ ਪੰਜ ਕੁਫਾਰ ਰਹਿ, ਕਾਫਰ ਰਹਿ ਗਏ ਨੇ ਪੰਜ। ਉਹਦੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਜਦ ਤੈਫ ਵਿੱਚ ਗਏ ਸਨ ਤੇ ਉੱਥੇ ਜਿਹੜੇ ਤੈਫ ਦੇ ਲੋਂਡਿਆਂ ਨੇ ਅਮਲ ਕੀਤਾ ਸੀ, ਨਾਉਜ਼ ਬਿल्ला, ਕਿ ਰਸੂਲullah ਨੂੰ ਨਹੀਂ ਸੀ ਜਾਣਾ ਚਾਹੀਦਾ ਉੱਥੇ। ਤੇ ਹਜ਼ੂਰ ਜਿਹੜਾ ਡੇਲੀ ਫਿਰ ਤੈਫ ਟੁਰੇ ਹੋਏ ਸੀ, ਮਤਲਬ ਇੱਕ ਦਫਾ ਜਾਣਾ ਚਾਹੀਦਾ ਹੈ। हदीस कुरान में लिखा कि एक दफा जाओ, किसी ने एक दफा तबलीग करो। नहीं, कुरान में की लिखा है उस महफिल उठ जाओ जिथे अगर गए और दोबारा अगर वो दुरुस्ती की तरफ आंदे ने ते फिर की हुक्म है उत्ते? हाँ, ते इत्थे तुसी डेली आके जड़ा उन्हां दा उत्थे ही कदम वेखदे हो ते फिर तुसी इत्थे ही आके। हाँ, ते डेली आके तले अल्लाह दी मखलूक आई होंदी है ना, डेली कितने लाख हजारां लोग तले सुन रहे होंदे ने ते मैसेज जा रहे हैं। कोई असीं आमिर नज़ीर दा मुंह देखना है जेड़ा दिन रात
जो है ना बदतरीन मखलूक है बोल रहे हो तो उन्होंने ਅਸੀਂ नहीं देखना तले तले बैठे लोग देखने 1000 बैठे 2 बैठे ने 10 बैठे ਲੱਖ बैठे ਉਹਨਾਂ ਤੇ ਖੁਦਾ ਤਾਲਾ ਦਾ ਪੈਗਾਮ ਪਹੁੰਚਾਉਣਾ ਹੈ ਉਹ ਖੁਦਾ ਦਾ ਖੌਫ ਖਾਓ ਕਿਸੇ ਹੋਰ ਨੂੰ ਤਬਲੀਗ ਕਰ ਹਾਂ ਲਓ ਖੁਦਾ ਦਾ ਖੌਫ ਖਾ ਤੁਸੀਂ ਖਾ ਕੇ ਇੱਥੇ ਬੈਠੇ ਹੋ ਆਏ ਹੋ ਹੁਣ ਮੈਂ ਤਾਂ ਉਹ ਤੁਹਾਡੇ ਜਿਹੜਾ ਹੁੰਦਾ ਹੈ, ਉਹ ਜੀ ਤੁਸੀਂ ਗਾਲਾਂ ਕਢਵਾ ਰਹੇ ਹੋ, ਤੁਸੀਂ ਬੜੇ ਪਤਾ ਨਹੀਂ ਕਿੱਥੋਂ ਇਲਮ ਸਿੱਖ ਕੇ ਪਹੁੰਚ ਗਏ ਹੋ ਮੇਰੇ ਨਾਲ ਅੱਜ ਤੱਕ ਉਹਨਾਂ ਨੇ ਗੱਲ ਨਹੀਂ ਕੱਢੀ ਕਿਸੇ ਨੂੰ ਹਾਂ ਨਹੀਂ ਕਰ ਤੁਸੀਂ ਜਾ ਕੇ ਮੈਂ ਕਿਹਾ ਤਹਜਦ ਪੜੋ ਤੂੰ ਉਧਰ ਦੁਆ ਕਰੋ ਮੈਂ ਤਾਂ ਜਦ ਦੇ ਟਾਈਮ ਤੇ ਤਹਜਦ ਪੜਾ ਕਿ ਮੈਂ ਐਵੇਂ ਹੀ ਸ਼ੁਰੂ ਹੋ ਜਾ ਇਹ ਸਰਕਾਰੀ ਗੰਦੀ ਜ਼ੁਬਾਨ ਬੋਲਦੇ ਨੇ ਇਹ ਜੀ ਮੇਰੇ ਸਾਹਿਬ ਨੂੰ ਗਾਲੀਆਂ ਕਢਵਾਉਂਦੇ ਨੇ ਇਹ ਕਿਉਂਕਿ ਗਾਲਾਂ ਕੱਢਦੇ ਨੇ ਤੇ ਤੁਸੀਂ ਵੀ ਆ ਕੇ ਉਹਨਾਂ ਨਾਲ ਹਮਾਇਤੀ ਹੋ ਰਹੇ ਹਾਂ ਤੁਸੀਂ ਗਾਲਾਂ ਕਢਵਾਉਂਦੇ ਹੋ ਸੁਭਾਨ ਅੱਲਾ ਬਹੁਤ ਟਿਕਟਾਕ ਦੇ ਮੂਵਮੈਂਟ ਤੇ ਜਿਹੜਾ ਨਾ ਤੁਸੀਂ ਬਣੇ ਦਿਓ ਹਾਂਜੀ ਉਹ ਅਕਲ ਕਰੋ ਉਹ ਨਹੀਂ ਜੀ ਇਹ ਅਸਰ ਬਿਮਾਰ ਦਾ ਜਿਹੜਾ ਸਾਡਾ ਵਾਸਤਾ ਬਦਤਰੀਨ ਜ਼ਮੀਨ ਤੇ ਇਸ ਟਾਈਮ ਬਦਤਰੀਨ ਮਖਲੂਕ ਨਾਲ ਹੈ ਰਸੂਲullah सल्लल्लाहु अलैहि वसल्लम ने फरमाया है कि मस्जिदां भरियां होणगियां हदायत तो खाली होण इस टाइम मस्जिदां भरियां ने ते सारियां हदायत तो खाली ने ਉਹ ਮਿਰਜ਼ਾਈ ਮਸਜਿਦਾਂ ਦਾ ਤਲਕ ਕਿਆ ਹੈ ਮਿੰਬਰ ਤੇ ਜਿਹੜੇ ਬੈਠੇ ਨੇ ਉਹ ਸੂਰ ਬੈਠੇ ਨੇ ਉਲਮਾ ਬਦਤਰੀਨ ਮਖਲੂਕ ਨੇ ਉਹਨਾਂ ਕੋਲ ਸਵਾਲ ਲੈ ਕੇ ਜਾਣਗੇ ਉਹਨਾਂ ਨੂੰ ਸੂਰ ਔਰ ਬੰਦਰ ਪਾਣਗੇ ਇਹ ਦੁਨੀਆ ਥੱਲੇ ਦੇਖ ਰਹੀ ਹੈ ਇਹ ਤਬਲੀਗ ਹੋ ਰਹੀ ਹੈ ਅਗਰ ਉਹਨਾਂ ਦੀ ਅੱਖਾਂ ਖੁੱਲਣ ਮੁਸਲਮਾਨਾਂ ਦੀਆਂ ਤੇ ਉਹ ਜਿਹੜਾ ਨਾ ਉਲਮਾ ਸੂ ਤੋਂ ਜਾਨ ਛੁਡਾਣ ਔਰ ਇਸਲਾਮ ਦੀ ਸੱਚੀ ਤਾਲੀਮ ਇਸਲਾਮ ਅਹਿਮਦੀਆ ਦੀ ਤਰਫ ਆਣ ਅਸੀਂ ਬੁਲੰਦ ਆਵਾਜ਼ ਤੋਂ ਖੁਦਾ ਔਰ ਉਸਦੇ ਰਸੂਲ ਦਾ ਨਾਮ ਬੁਲੰਦ ਕਰ ਰਹੇ ਹਾਂ ਜਮਾਤ ਅਹਿਮਦੀਆ ਅੱਲਾਹ ਔਰ ਉਹਦੇ ਰਸੂਲ ਦਾ ਇਹਦਾ ਕੋਈ ਕਿੰਨੇ ਤਾਰਿਆ ਉਹਨਾਂ ਨੂੰ ਕਿੰਨੇ ਉਤਾਰਿਆ ਤਾਰਿਆਂ ਨੂੰ ਉਤਾਰ ਦਿਓ ਵਜ਼ੀਰ ਸਾਹਿਬ ਨੂੰ ਵਾਪਸ ਬੁਲਾਇਆ ਜਾਏ ਨਹੀਂ ਜੀ ਆਪ ਨੂੰ ਥੱਲੇ ਉਤਾਰ ਦਿਓ ਮੇਰਾ ਤੁਹਾਡੇ ਕੇ ਵੀ ਹੱਥ ਖੜੇ ਤੇ ਨਜ਼ੀਰ ਸਾਹਿਬ ਅੱਗੇ ਡਬਲ ਹੱਥ ਖੜੇ ਨਹੀਂ ਮੈਂ ਅਮਰ ਭਾਈ ਮੈਂ ਅੱਲਾ ਦੀ ਕਸਮ ਚੁੱਕ ਕੇ ਕਹਿਣ ਡਿਆ ਕਿ ਮੈਂ ਇਸ ਬੰਦੇ ਨੂੰ ਕਾਲ ਤੇ ਇਸ ਵਾਸਤੇ ਨਹੀਂ ਲੈਣ ਡਿਆ ਕਿ ਇਹ ਜਾਨ ਬੁੱਝ ਕੇ ਮਿਰਜ਼ਾ ਸਾਹਿਬ ਨੂੰ ਗਾਲਾਂ ਪਵਾਉਣ ਆਉਂਦਾ ਹੈ ਇਹਨੂੰ ਪਤਾ ਹੈ ਇਹ ਕੀ ਸਮਝਦਾ ਹੈ ਕਿ ਇਹ ਹਦੀਸ ਪੇਸ਼ ਕਰਕੇ ਮੁਸਲਮਾਨਾਂ ਨੂੰ ਉਲਮਾ ਨੂੰ ਅਗਰ ਇਸ ਤਰ੍ਹਾਂ ਦੀ ਗੱਲ ਕਰੇਗਾ ਤੇ ਮੁਸਲਮਾਨ ਵੀ ਹਦੀਸ ਪੇਸ਼ ਕਰਕੇ ਮਿਰਜ਼ਾ ਸਾਹਿਬ ਨੂੰ ਨਹੀਂ ਕਹਿਣਗੇ ਇਹਨੂੰ ਪਤਾ ਹੈ ਇਸ ਗੱਲ ਦਾ ਸਿਆਣਾ ਹੈ ਜਾਨ ਬੁੱਝ ਕੇ ਗਾਲਾਂ ਪਵਾਉਣ ਆਉਂਦਾ ਹੈ ਅੱਛਾ ਚਲੋ ਉਹਨੂੰ ਜੇ ਪਰਾਗਾ ਚਾਹੀਦਾ ਫਿਰ ਲੈ ਲੈਂਦੇ ਹੋ ਨਾ ਉਹਨੂੰ ਪਰਾਗਾ ਚਾਹੀਦਾ ਫਿਰ ਲੈ ਲੈਂਦੇ ਹੋ नहीं आमिर नज़ीर साहब ने बिल्कुल सही गल की थी कि भी हदीस पेश करो और ओदी तहकीम भी होवे कि सही हदीस है हाँ मिल के पढ़ो फिर तो अच्छी गल है लेकिन ये अपने तर्जमे खुद ही घर बैठ के जिन्होंने घड़े हुए ने ना मफहूम वो बयान करते हैं हालांकि हदीस ने खुद भी नहीं पढ़ी होगी सुनी सुनाई गल कर बस ਤਾਰਿਕ ਸਾਹਿਬ ਸਹੀ ਸਨਦ ਹਦੀਸ ਹੋਵੇ ਸਾਡੇ ਸੇ ਹੁਜਤ ਹੈ ਨਾ ਜਿਹੜੀ ਸ਼ੈ ਸਾਡੇ ਸੇ ਹੁਜਤ ਹੀ ਨਹੀਂ ਤੁਸੀਂ ਵੇਖ ਲਵੋ ਕੀ ਕਹਿੰਦੇ ਮੀਰ ਖੰਜ਼ੀਰ ਦਾ ਵੀ ਇਹੀ ਵਾਕਿਆ ਹੈ ਬਗਦਾਦੀ ਜਿਹੜਾ ਉਹਨੇ ਜ਼ਈਫ ਹਦੀਸ ਜਾਂ ਜ਼ਈਫ ਕੀ ਕਹਿੰਦੇ ਤਾਰੀਖ ਪੜ੍ਹ ਕੇ ਆਪਣਾ ਮੌਕਫ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਜਦੋਂ ਜੁੱਤੀਆਂ ਪੈਂਦੀਆਂ ਨੇ ਉਹ ਕਹਿੰਦੇ ਨੇ ਭਈ ਸਾਡਾ ਆਪਣਾ ਜ਼ਾਤੀ ਮੌਕਫ ਹੈ ਜਮਾਤ ਯਾਰ ਬਹਿਰੀਨ ਭਾਈ ਮਾਜ਼ਰਤ ਖਵਾਂ ਤੁਹਾਨੂੰ ਮੈਂ ਥੱਲੇ ਉਤਾਰਿਆ ਸੀ ਮੈਂ ਆਪਣੇ ਮੁਸਲਮਾਨ ਭਾਈਆਂ ਦਾ ਮੈਂ ਤੁਹਾਨੂੰ ਦੱਸਣਾ ਮੈਨੂੰ ਸਾਰਾ ਪਤਾ ਵੇ ਕਿ ਇਸ ਨਜ਼ੀਰੇ ਬਲਾਲ ਨੂੰ ਰਾਜਾ ਤਾਲ ਮਨਾਨ ਨੇ ਕੱਲਿਆ ਕਿ ਜਾ ਕੇ ਉੱਥੇ ਅੰਜਨੀ ਦੀ ਗੱਲ ਕਰ ਤੇ ਮਿਰਜ਼ਾ ਸਾਹਿਬ ਨੂੰ ਗਾਲਾਂ ਪਵਾ ਤੇ ਮੈਂ ਫਿਰ ਰਿਕਾਰਡਿੰਗ ਕਰਕੇ ਅਫਸਰ ਵਲਾਇਤ ਸਾਹਿਬ ਨੂੰ ਕਹਾਂਗਾ ਆ ਵੇਖੋ ਤੁਹਾਡੀ ਲਾਈਫ ਤੇ ਕੀ ਹੋ ਰਿਹਾ ਇਹ ਸਾਰਾ ਮੈਨੂੰ ਸਮਝ ਤੁਹਾਨੂੰ ਨਹੀਂ ਸਮਝ ਆਉਂਦੀ ਕਰਨ ਦਿਓ ਨਾ ਸਾਡਾ ਕੁਝ ਕੀ ਕਸੂਰ ਹੈ ਮਤਲਬ ਵਡਾਇ ਸਾਹਿਬ ਰੋਟੀ ਨੂੰ ਚੋਚੀ ਕਹਿੰਦੇ ਨੇ ਉਹਨਾਂ ਨਹੀਂ ਪਤਾ ਪਿਆ ਲੱਗਦਾ ਵੀ ਕੀ ਕਰਨ ਲੱਗੇ ਨੇ ਆਪ ਆ ਕੇ ਗਾਲਾਂ ਕੱਢਣ ਲੱਗੇ ਨੇ ਥੱਲੇ ਦੇਖੋ ਕੀ ਕਹਿੰਦੇ ਸਾਇਲ ਕਾਲ ਸਾਹਿਬ ਉਹ ਥੱਲੇ ਗਲੀਜ਼ ਗਾਲਾਂ ਮੈਨੂੰ ਲਿਖ ਰਹੇ ਨੇ ਨਾ ਲੇਕਿਨ ਮੈਂ ਉਹਨੇ ਜਵਾਬ ਦਿੱਤਾ ਮੈਂ ਤਜਾਵਜ਼ ਨਹੀਂ ਕੀਤਾ ਯਾਰ ਤੁਸੀਂ ਮੀਰ ਖੰਜ਼ੀਰ ਕਿਹਨੂੰ ਕਿਹਾ ਬਹਿਰੀਨ ਸਾਹਿਬ ਮੀਰ ਲਤੀਫ ਨੂੰ ਜਾਂ ਮੀਰ ਸਲੀਮ ਨੂੰ ਮੀਰ ਇਬਨ ਬਗਾ ਜਿਹੜਾ ਵੱਡਾ ਇਬਨ ਬਗਾ ਹੈ ਅੱਛਾ ਮੀਰ ਸਲੀਮ ਠੀਕ ਮੀਰ ਖੰਜ਼ੀਰ ਹੈ ਸਭ ਤੋਂ ਵੱਡਾ ਇਬਨ ਬਗਾ ਉਹੀ ਹੈ ਨਾ ਉਸ ਤੋਂ ਛੋਟਾ ਉਹਦਾ ਪਨਵਈ ਹੈ ਉਸ ਤੋਂ ਨਹੀਂ ਮੈਂ ਫਿਰ ਵੀ ਆਪਣੀ ਰਿਕੁਐਸਟ ਕਰਨਾ ਵਾ ਗੁਜ਼ਾਰਿਸ਼ ਕਰਨਾ ਵਾ ਕਿ ਆਮਦੀ ਆ ਕੇ ਤੇ ਜਿੰਨੀ ਮਰਜ਼ੀ ਨੰਗੀ ਗਾਲ ਕੱਢੇ ਨਾ ਜੇ ਕਮੈਂਟਾਂ ਵਿੱਚ ਕੱਢਣ ਵੀ ਦੇਣ ਮੈਂ ਵੇਖਣ ਡਿਆ ਮੈਂ ਨਹੀਂ ਮਿਊਟ ਕਰ ਰਿਹਾ ਮੈਨੂੰ ਮੁਸਲਮਾਨ ਕਹਿ ਵੀ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਕਿਉਂ ਮਿਊਟ ਕਰ ਰਹੇ ਨਹੀਂ ਕਰ ਰਹੇ ਮੈਂ ਕਹਿੰਦਾ ਕਿ ਅਹਿਮਦੀ ਨੂੰ ਖੁੱਲੀ ਇਜਾਜ਼ਤ ਹੈ ਜਿਸ ਤਰ੍ਹਾਂ ਦੀ ਚਾਹੇ ਨੰਗੀ ਗਾਲ ਕੱਢੇ ਆ ਕੇ ਸਿਰਫ ਸ਼ਾਤਮੀਅਤ ਨਾ ਕਰੇ ਉਹਨੂੰ ਇਜਾਜ਼ਤ ਹੈ ਤੇ ਮੈਂ ਆਪਣੇ ਮੁਸਲਮਾਨ ਭਾਈਆਂ ਨੂੰ ਕਹਾਂਗਾ ਕਿ ਭਾਈ ਰਿਕੁਐਸਟ ਹੈ ਤੁਹਾਡੇ ਕਿ ਤੁਸੀਂ ਕੋਈ ਰਿਬਰਟਲ ਨਹੀਂ ਦੇਣਾ ਕੋਈ ਜਵਾਬ ਨਹੀਂ ਦੇਣਾ ਕੋਈ ਸਖਤੀ ਨਹੀਂ ਕਰਨੀ ਸ਼ੁਕਰੀਆ ਨਜ਼ੀਰ ਇਹਨੂੰ ਤਾਂ ਉੱਤੇ ਉਹਨਾਂ ਦੀ ਤਬਲੀਗ ਦਾ ਟਾਈਮ ਜ਼ਾਇਆ ਪਿਆ ਹੁੰਦਾ ਉਹਨੇ ਜਾਣਾ ਤਬਲੀਗ ਕਰਕੇ ਯਾਰ ਉਹਦਾ ਛਾਪਰ ਪਾੜ ਜਾਣਾ ਉਹਨੂੰ ਚੁੱਕ ਲੈ ਉੱਤੇ ਉੱਤੇ ਮੈਂ ਪਤਾ ਨਹੀਂ ਕੀ ਹੋਇਆ ਥੱਲੇ ਡ੍ਰੌਪ ਕਿਸ ਤਰ੍ਹਾਂ ਹੋ ਗਿਆ ਮੈਨੂੰ ਨਹੀਂ ਪਤਾ ਲੇਕਿਨ ਮੈਂ ਚੁੱਕ ਰਿਹਾ ਨਹੀਂ ਆ ਰਿਹਾ ओदी तबलीग मैं कर देना कि मुसलमानों आओ मिर्जाई कंजरखाना की तरफ आ जाओ यहीं पे तुम्हारी निजात है कहाँ जाओगे मिर्जाई कंजरखाना को छोड़कर हमने जगह जगह खोल लिया है अब भी नहीं आओगे तो कहाँ जाओगे तुम्हारा क्या बनेगा मुसलमानों चौहान साहब वो चंगा भला सानू तबलीग करता सी कि अब जो है वो रबवा की छातियों से दूध जारी हुआ है अमर भाई ने क्या कि ਉਹਦੇ ਕੋਲ तबलीग ही बंद करा छड़ी चंगा भला सानू रबवा ਦੀਆਂ ਛਾਤੀਆਂ ਲੈ ਕੇ ਜਾ ਰਹੇ ਸੀ
ਮਿਰਜ਼ਾਈ ਭੇਡਾਂ ਨੇ, ਇਹ ਪਾਗਲਾਂ ਵਾਂਗੂ ਤਬਲੀਗ ਕਰਨ ਵਾਲੇ ਨੇ। ਉਹੀ ਮਿਰਜ਼ਾ ਮਹਿਮੂਦ ਸਾਹਿਬ ਨੇ ਸਹੀ ਕਿਹਾ ਸੀ, ਉਹ ਸੂਅਰ ਹੋ ਤੁਸੀਂ ਜਿਹੜੇ ਨੇਜ਼ੇ 'ਚ ਠਾਹ ਵੱਜਦੇ ਹੋ ਜਾ ਕੇ। हाँ जहान साहब ना करो यार, ਤੁਹਾਨੂੰ ਪਤਾ ਫਿਰ वो हजरत मिर्जा महमूद साहब अल मुस्लिम मऊद की बात कर रहा हूँ। ਨਾ ਕਰੋ ਯਾਰ, ਤੁਹਾਨੂੰ ਪਤਾ ਤਾਂ ਹੈ ਨੇ ਉਹ ਸਿੱਧੇ ਸਾਦੇ ਲੋਕ ਨੇ, ਗਾਲਾਂ ਤੇ ਕੱਢਦੇ ਨਹੀਂ ਹੈ। ਮਸੂਦ ਸਾਹਿਬ ਮਾਈਕ ਬੰਦ ਕਰੋ ਆਪਣਾ। ਪਰ ਮਸੂਦ ਸਾਹਿਬ ਦਵਾਈ ਲੈ ਕੇ ਆਇਆ ਕਰੋ। ਉਹ ਜਿਹੜਾ ਕੀ ਕਹਿੰਦਾ ਇਬਨ ਬਹਾਮ ਦਾ ਟੋਲਾ ਹੈ, ਉਹਨੂੰ ਮੈਂ ਇਹ ਕਹਿ ਸਕਦਾ ਕਿ ਦਵਾਈ ਲੈ ਕੇ ਆਏ ਸਿੱਧਾ ਹੀ ਆ ਜਾਂਦੇ ਹੈ। ਕੋਈ ਟੋਨਿਕ ਵਾਈਨ ਪੀ ਲਿਆ ਕਰੋ ਚੜਨ ਤੋਂ ਪਹਿਲੇ, ਸਕੌਟਿਸ਼ ਮੈਲਸ਼ਨ ਪੀ ਲਿਆ ਕਰੋ। ਸਾਹਿਲ ਭਾਈ, ਹਾਂਜੀ ਇਹ ਜਿਹੜੇ ਮੁਜਾਹਿਦ ਨੇ ਖਤਮੇ ਨਬੂਵਤ ਦੇ, ਜੀ ਜੀ ਜਿਹੜੇ ਮੁਸਲਮਾਨ ਨੇ ਨਬੀ ਪਾਕ ਦੀ ਖਤਮੇ ਨਬੂਵਤ ਨੂੰ ਮੰਨਣ ਵਾਲੇ, ਕਿਆ ਉਹ ਮਰਜ਼ਾਈਆਂ ਦੇ ਹੱਥੋਂ ਬਲੈਕਮੇਲ ਹੋਣਗੇ ਕਿ ਅਗਰ ਰਾਜਾ ਨਹੀਂ ਤਾਲ ਹੋਣਗੇ ਨਾ। ਮਨਾਨ ਨੇ ਅਗਰ ਰਾਜਾ ਤਾਲ ਮਨਾਨ ਨੇ ਇਹਨੂੰ ਭੇਜਿਆ ਹੈ, ਇਹ ਸਾਜ਼ਿਸ਼ ਕੀਤੀ ਹੈ ਅਗਰ, ਤੇ ਤੁਹਾਡਾ ਕੀ ਖਿਆਲ ਹੈ ਕਿ ਅਸੀਂ ਬਲੈਕਮੇਲ ਹੋ ਜਾਵਾਂਗੇ ਇਹਨਾਂ ਦੇ ਹੱਥੋਂ? ਕਿਹੜੀ ਸਾਡੀ ਮਜਬੂਰੀ ਹੈ? ਨਹੀਂ ਬਲੈਕਮੇਲ ਹੋਣ ਦੀ ਗੱਲ ਨਹੀਂ ਕੀਤੀ, ਮੈਨੂੰ ਪਤਾ ਹੈ। ਔਰ ਵਲਾਇਤ ਸਾਹਿਬ ਬੜਾ ਉੱਥੇ ਸਖਤ ਰਵੱਈਆ ਵੀ ਰੱਖਦੇ ਨੇ। ਮੈਂ ਸਿਰਫ ਇੰਨਾ ਕਹਿ ਰਿਹਾ ਵਾਂ ਕਿ ਉਹ ਵਕਤੀ ਤੌਰ ਤੇ ਨਾ ਆਪਣੇ ਨੂੰ ਥੋੜਾ ਜਿਹਾ ਪ੍ਰਾਪੋਗੰਡਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਪ੍ਰਾਪੋਗੰਡਾ ਕਰ ਲਈਏ, ਕਿਉਂਕਿ ਵਲਾਇਤ ਸਾਹਿਬ ਦੀ ਸਾਰੇ ਮੁਸਲਮਾਨ ਰਿਸਪੈਕਟ ਕਰਦੇ ਨੇ, ਉਹਨਾਂ ਦੀ ਇੱਜ਼ਤ ਕਰਦੇ ਨੇ, ਤੇ ਮੈਂ ਕਿਸੇ ਤਰੀਕੇ ਨਾਲ ਇਹਨਾਂ ਦੀ ਆਪਸ ਚ ਨਾ ਕਰਵਾਵਾਂ। ਤੇ ਮੈਂ ਕਹਿ ਰਿਹਾ ਸਿਰਫ ਉਹ ਪ੍ਰਾਪੋਗੰਡੇ ਤੋਂ ਬਚਣ ਵਾਸਤੇ ਮੈਂ ਕਹਿ ਰਿਹਾ, ਹੋਰ ਤੇ ਮੈਂ ਕੋਈ ਨਹੀਂ। ਅਮਰ ਭਾਈ ਤੁਹਾਨੂੰ ਪਤਾ ਹੈ ਭਾਈ, ਮੈਂ ਸਾਰੀ ਦੁਨੀਆ ਦੇ ਉੱਤੇ ਜਿੱਥੇ ਵੀ ਹੋਵਾਂਗਾ ਨਾ, ਮੈਂ ਇਸ ਕੁਲੀਏ ਤੇ ਅਮਲ ਕਰਾਂਗਾ। ਇਨਮਾ ਨਰੁੱਦ ਸਬ ਸਾਬੀਨ ਅਲਾ ਵਜੂਹਿ, ਜਿਹਦਾ ਦਿਲ ਕਰਦਾ ਉਹ ਗੱਲ ਕਰੇ, ਜਿਹਦਾ ਨਹੀਂ ਦਿਲ ਕਰਦਾ ਨਾ ਕਰੇ। ਜਿਹੜਾ ਪਹਿਲ ਕਰੇਗਾ, ਜੋ ਗਾਲੀ ਦੇਗਾ वो मुझसे सुनेगा। ऐलान कर दो। ਚਲ ਠੀਕ ਹੈ ਤੁਹਾਡੀ। ਮੈਂ ਲੇਕਿਨ ਜਿਹੜੇ ਆ ਜਾਣ ਬੁੱਝ ਕੇ ਪਵਾਉਣ ਨੇ, ਇਹਨਾਂ ਨੂੰ ਤਾਂ ਮੈਂ ਕਹਿੰਦਾ ਨਾ ਕਿ ਇਹਨਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਨਾ, ਕਿ ਇਹਨਾਂ ਕਿਹੜਾ ਤਰੀਕਾ ਪੜਿਆ ਹੈ। ਉਹਨਾਂ ਦੇ ਮਗਰ ਉਹਨਾਂ ਦੇ ਭਰਾ ਨੇ ਆ ਕੇ ਆਖਿਆ, ਤਾਰਕ ਸਾਹਿਬ ਨੇ, ਉਹਦੇ ਗੱਲ ਪੈ ਗਿਆ ਅੱਗੋਂ। ਅੱਛਾ ਮਜ਼ੇ ਦੀ ਗੱਲ ਹੈ। ਖਲਾਕ ਦੀ ਗੱਲ ਗੱਲ ਕਰੋ, ਕਿਸੇ ਖਲਾਕ ਦੀ। ਇੱਕ ਦੂਸਰੇ ਦੇ ਨਾਲ ਰਲਦੀ ਹੈ ਤੇ ਨਾ ਮਰ ਰਹੀਆਂ ਦੀ ਗੱਲ ਕਿਸੇ ਇੱਕ ਦੂਸਰੇ ਦੇ ਨਹੀਂ ਨਾਲ। ਵੇਖੋ ਨਾ ਹੁਣ ਕਿ ਇੱਕ ਹੀ ਲਾਈਵ ਏ ਦੋ ਅਮ ਦੀ ਆਪਸ ਵਿੱਚ ਇਸ ਗੱਲ ਤੇ ਲੜ ਰਹੇ ਨੇ ਕਿ ਇੱਕ ਕਹਿ ਰਿਹਾ ਕਿ ਤੂੰ ਮਿਰਜ਼ਾ ਸਾਹਿਬ ਨੂੰ ਗਲਾ ਪਵਾ ਰਿਹਾ, ਉਹ ਕਹਿੰਦਾ ਮੈਂ ਨਹੀਂ ਪਵਾ ਰਿਹਾ। ਤੇ ਹੁਣ ਕਸੂਰ ਕਿਹਦਾ ਨਿਕਲੇਗਾ? ਜਾਂ ਤਾਂ ਦੋਵਾਂ ਚ ਦੱਸੋ ਨਾ, ਅਸੀਂ ਕੀ ਕਰੀਏ ਹੁਣ ਇੱਥੇ? ਨਹੀਂ ਉਹ ਕਹਿ ਰਿਹਾ ਹੈ, ਅੱਛਾ ਜਿਹੜਾ ਹਦਾਇਤ ਦੇਣ ਆਇਆ ਹੈ, ਬਟ ਇਹਦੀ ਮਾਂ ਭੈਣ ਕਰਦਾ ਰਿਹਾ ਕਿ ਤੂੰ ਉੱਥੇ ਲੈਣ ਕੀ ਜਾਣਾ ਹੈ, ਤੇਰੀ ਵਜ੍ਹਾ ਤੋਂ ਗਾਲਾਂ ਪੈਂਦੀਆਂ ਨੇ, ਤੇ ਅੱਜ ਜਾ ਕੇ ਉਹ ਦੂਸਰਿਆਂ ਨੂੰ ਕਰਨ ਲੱਗੇ। ਕਿਆ ਲੇਕਿਨ ਕੀ ਆਲਾ ਮਿਆਰ ਹੈ। ਨਹੀਂ ਇਹ ਗੱਲ ਅਗਰ ਸਿਰਫ ਮੁਸਲਮਾਨ ਕਹਿੰਦੇ ਨਾ ਕਿ ਇਹ ਨਜ਼ੀਰੇ ਨੇ ਮਿਰਜ਼ਾ ਸਾਹਿਬ ਨੂੰ ਗਾਲਾਂ ਪਵਾਈਆਂ, ਤੇ ਇਹ ਹੋ ਸਕਦਾ ਹੀ ਕਹਿ ਸਕਦੇ, ਚੂੰਕਿ ਇਹ ਜਾਹਿਲ ਮੁਖਾਲਫ ਨੇ, ਮੁਨਕਰੀਨ ਨੇ, ਮੁਕਜ਼ਬੀਨ ਨੇ, ਤੇ ਇਹਨਾਂ ਦੀ ਗੱਲ ਦਾ ਇਤਬਾਰ ਕੋਈ ਨਹੀਂ। ਹੁਣ ਇੱਕ ਆਮ ਦੀ ਆ ਕੇ ਖੁਦ ਕਹਿ ਰਿਹਾ ਕਿ ਇਹਨੇ ਜਾਣ ਪੁੱਝ ਕੇ ਪਵਾਈਆਂ ਮਿਰਜ਼ਾ ਸਾਹਿਬ ਨੂੰ ਗਾਲਾਂ, ਤੇ ਫਿਰ ਤਾਂ ਕਸੂਰ ਇਹਦਾ ਹੀ ਹੋਇਆ ਨਾ। ਬਿਲਕੁਲ ਜਿਹੜੀ ਸ਼ੈ ਜਿਹੜਾ ਇਹਨਾਂ ਨੇ ਮਿਰਜ਼ੇ ਦੇ ਅੰਦਰ ਨਹੀਂ ਪਾਈ, ਤੂੰ ਆ ਕੇ ਪਵਾਈ। ਇਹ ਗਵਾਹੀ ਉਹਨਾਂ ਦੀ, ਜੁੜ ਗਿਆ। ਇਹ ਗਵਾਹੀ ਉਹਨਾਂ ਦੇ ਘਰ ਦੀ ਹੈ, ਸਾਂਭ ਕੇ ਰੱਖੋ ਨਾ ਸਭ ਦੇ ਸਾਹਮਣੇ। ਮੈਂ ਉਹਨੂੰ ਸੋੜ ਵੀ ਪੈਂਦੀ, ਉਹ ਤੁਹਾਨੂੰ ਬਾਰ-ਬਾਰ ਲਿਖਦਾ ਪਿਆ ਕਾਲ ਕਾਲ ਕਾਲ। ਖਲਾਕ ਅੱਜ ਤੋਂ ਬਾਅਦ ਸਿਰਫ ਖਲਾਕ, ਅੱਜ ਤੋਂ ਬਾਅਦ ਨਜ਼ੀਰ ਭਾਈ ਖਲਾਕ। ਇਹਨੇ ਬੜੀ ਦਫਾ ਅਮਰ ਭਾਈ ਕਾਲ ਪਾ ਕੇ ਰੱਖੀ ਹੈ, ਮੈਂ ਨਹੀਂ ਸੀ ਚੁੱਕ ਰਿਹਾ। ਮੈਨੂੰ ਪਤਾ ਸੀ ਕਿ ਇਹਨੇ ਜਾ ਕੇ ਜਾਣ ਕੇ ਹੂਟਿੰਗ ਕਰਨੀ ਹੈ, ਜਾ ਕੇ ਪ੍ਰਵੋਕ ਕਰਨਾ ਮੁਸਲਮਾਨਾਂ ਨੂੰ, ਤੇ ਅੱਗੋਂ ਰਿਬਟਲ ਆਣਾ ਵੇ, ਰਿਐਕਸ਼ਨ ਆਣਾ ਵੇ, ਤੇ ਫਿਰ ਇਹਨਾਂ ਰੋਣਾ ਜੀ ਕਿ ਸਾਡੀ ਜਿਹੜੀ ਨਾ ਉਹ ਸਾਨੂੰ ਤੇ ਜ਼ੁਲਮ ਕਰ, ਸਾਡੇ ਨਾਲ ਤਾਂ ਬੜੇ ਜ਼ੁਲਮ ਹੋ ਗਏ ਨੇ। ਤਾਰਕ ਸਾਹਿਬ ਉਹਨੂੰ ਕਹਿ ਰਹੇ ਸੀ ਕਿ ਕਿਆ ਹਦੀਸ ਅੱਗੇ ਨਹੀਂ ਉਹਨਾਂ ਸੁਣੀ? ਉਹਨੇ ਕਿਹਾ ਸੁਣੀ ਹੈ, ਪਰ ਮੈਂ ਫਿਰ ਸੁਣਾਉਣਾ ਚਾਹੁੰਦਾ, ਕੁਰਾਨ ਦੀ ਨੇ ਸੁਣਾਉਣਾ ਚਾਹੀਦਾ। ਤੋਬਾ ਅਸਤਗਫਾਰ, ਉਹਨਾਂ ਦਾ ਦੀਨ ਨਾਲ ਕੋਈ ਤਲਕ ਨਹੀਂ। ਤੁਸੀਂ ਸਾਨੂੰ ਅਗਰ ਤੜੀ ਲਾਣੀ ਹੈ ਕਿਸੇ ਬੰਦੇ ਦੀ ਲਾਓ, ਕਿਸੇ ਹੈਬਤਨਾਕ ਬੰਦੇ ਦੀ ਲਾਓ, ਜਿਹੜਾ ਵਿੱਚ ਮਰਦ ਹੋਏ, ਜਣਾ ਹੋਵੇ। ਤੁਸੀਂ ਉਹ ਨਾਈ ਦੀ ਸਾਨੂੰ ਲਾ ਰਹੇ ਹੋ, ਜਿਹੜਾ ਮੂੰਹ ਨਾਲ ਸੁਣਤਾ ਕਰਦਾ। ਅਫਰੀਕਾ ਦੇ ਕਹਿੰਦੇ ਬੜੀ ਅਹਿਮਦੀਅਤ ਬੜੀ ਫੈਲ ਰਹੀ ਹੈ, ਕਹਿੰਦੇ ਨੇ ਮੂੰਹ ਦੇ ਨਾਲ ਸੁਣਤਾ ਕਰਦਾ। ਉਹਦੀ ਸ਼ਕਲ ਵੀ ਉਹ ਨਾਈ ਦੇ ਉਸ ਤਰ੍ਹਾਂ ਆ ਰਿਹਾ ਜਿਹੜੇ ਬਾਕੀ ਸੁਣਤਾ ਸੇ ਸਮਾਨ ਹੁੰਦਾ। ਤੁਸੀਂ ਦੇਖਿਆ ਨਹੀਂ ਜਗ੍ਹਾ ਜਗ੍ਹਾ ਇਹਨਾਂ ਦੀਆਂ ਇਬਾਦਤਗਾਹਾਂ ਬਣ ਗਈਆਂ ਨੇ। ਤੁਸੀਂ ਦੇਖਿਆ ਨਹੀਂ ਅਰਬਾਂ ਦੀ ਤਾਦਾਦ 'ਚ ਫੈਲ ਗਏ ਨੇ। ਤੁਸੀਂ ਦੇਖਿਆ ਨਹੀਂ 200 ਮੁਲਕ ਬਣਾ ਛੜੇ ਨੇ ਦੁਨੀਆ ਦੇ ਵਿੱਚੋਂ।
ਛੱਡੋ ਇਹਨਾਂ ਨੂੰ, ਦਫਾ ਮਾਰੋ ਇਹਨਾਂ ਦੀ ਗੱਲਾਂ ਨੂੰ। ਅਮਰ ਭਾਈ ਅਗਲੇ ਦਿਨ ਸੂਰੀ ਇਹ ਲਵ ਦੀ ਇੰਤਹਾ ਹੈ। ਤੇ ਉਹ ਵੀ ਇਹ ਝੂਠ ਬੋਲ ਰਿਹਾ, ਕਹਿੰਦਾ ਵੇਖੋ ਬਈ ਅਸੀਂ ਹਰ ਜਗ੍ਹਾ ਤੇ ਠਹਿਰ ਗਏ। ਮੈਂ ਕਿਹਾ ਦੱਸੋ ਬਈ ਬਰੀਨ ਤੁਹਾਡਾ ਕਿਹੜਾ ਕੋਈ ਮਸਜਿਦ ਹੈ? ਤੇ ਕਹਿੰਦਾ ਹੈ ਵੇ। ਮੈਂ ਕਿਹਾ ਚੱਲ ਠੀਕ ਹੈ, ਇੱਥੇ ਮੁੱਕ ਲੈਂਦੇ ਹਾਂ, ਤੂੰ ਮਸਜਿਦ ਦਾ ਨਾਂ ਦੱਸ ਤੇ ਮੈਂ ਜਾ ਕੇ ਉੱਥੇ ਬੈਠ ਕਰ ਲੈਣਾ। ਤੇ 5 ਮਿੰਟ ਖਾਮੋਸ਼ ਰਿਹਾ, ਢੂੰਡੀ ਉਹ ਨਹੀਂ ਮਿਲੀ। ਮੈਂ ਕਿਹਾ 700 ਸਕੁਆਇਰ ਫੀਟ ਦਾ ਮੁਲਕ ਹੈ, ਇਹਦੇ ਅੰਦਰ ਮੈਨੂੰ ਇੱਕ ਆਪਣੀ ਇਬਾਦਤਗਾਹ ਤੂੰ ਖਾਣੀ ਤੇ ਬੈਠ ਕਰਨਾ ਮੇਰਾ ਕੰਮ। 5 ਮਿੰਟ ਤੋਂ ਬਾਅਦ ਕਹਿੰਦਾ ਯਾਰ ਤੂੰ ਇਸ ਤਰ੍ਹਾਂ ਕਰਨਾ, ਸਾਨੂੰ ਜਿਹੜਾ ਉਹ NOC ਲੈ ਦੇ ਅਸੀਂ ਬਣਾਉਂਦੇ ਹਾਂ। ਮੈਂ ਕਿਹਾ ਤੁਸੀਂ ਕਿੱਡੇ ਕੋ ਬੇਸ਼ਰਮ ਲੋਗ ਹੋ, ਕਿੱਡੇ ਕੋ ਬਗੈਰਤ ਲੋਗ ਹੋ, ਕਿੱਡੇ ਕੋ ਬੇਜ਼ਮੀਰ ਲੋਗ ਹੋ। ਹਲੇ ਤੂੰ ਮੈਨੂੰ ਕਿਹਾ ਕਿ ਮੌਜੂਦ ਹੈ ਬਹਿਰੀਨ ਦੇ ਮਸਜਿਦ 700 ਸਕੁਆਇਰ ਕਿਲੋਮੀਟਰ ਦੇ ਮੁਲਕ ਦੇ ਅੰਦਰ ਵੀ ਤੁਹਾਡਾ ਇੱਕ ਖੋਖਾ ਵੀ ਨਹੀਂ ਹੈ, ਤੇ 214 ਮੁਲਕ ਦੇ ਅੰਦਰ ਕਿਸ ਤਰ੍ਹਾਂ ਫੈਲ ਰਹੇ? ਹਾਂ ਇੱਕ 14 ਤੁਸੀਂ ਵਧਾ ਛੱਡੋ ਹੋਇਆ ਤਾਂ ਹੁਣ ਤੇ ਮੇਰੇ ਖਿਆਲ ਦਾਵਾ ਹੋਣ ਲੱਗੇ ਚੰਦ ਤੇ ਮਰੀਖ ਦੇ ਉੱਤੇ ਵੀ ਪਹੁੰਚ ਗਏ ਨੇ। ਇਹ ਨਹੀਂ ਮੂੰਹ ਤੇ ਵੀ ਝੂਠ ਮਾਰਦੇ। ਮੇਰੇ ਸ਼ਹਿਰ 'ਚ ਨਾ, ਮੇਰੇ ਪੂਰੇ ਸ਼ਹਿਰ 'ਚ ਕੋਈ 70 ਕੁ ਮਸਜਿਦਾਂ ਹੋਣੀਆਂ ਨੇ, ਛੋਟਾ ਸ਼ਹਿਰ ਹੈ। ਇਹਨਾਂ ਦੀ ਉਹ ਜਿਹੜੇ ਨੇ ਨਾ ਲਾਹੌਰੀ ਜਮਾਤ, ਉਹਨਾਂ ਦੀ ਇੱਕ ਉਹਨਾਂ ਦੀ ਇਬਾਦਤਗਾਹ ਹੈ, ਬਾਕੀ ਕੱਖ ਵੀ ਨਹੀਂ ਹੈ ਪੂਰੇ ਸ਼ਹਿਰ ਦੇ ਵਿੱਚ। ਤੇ ਇਹ ਫੈਲਦੇ ਕਿੱਥੇ ਪਏ ਨੇ? ਮੈਂ ਤੇ ਇਹ ਦੇਖਣਾ ਪਿਆ, ਇਹ ਆਪਣੇ ਅੰਦਰ ही फैली ਜਾਂਦੇ पए। अच्छा वो उस तरह फैल रहे जिस तरह मैंने सिर्फ इतना कहना है, इन ये जो जिनको ज़्यादा तबलीग चढ़ी है इनको ना सेंटिनल आइलैंड का रास्ता बताओ, वहाँ पे जाके तबलीग करें, फिर खुद ही इनसे ना डील कर लेंगे। वो सुना है वो बंदे को पूछते बाद में पहले नेज़े पे चढ़ा के ना पका फूक देते हैं। या तुर्की मोरक्को जाके जरा तबलीग ते करो, लग पते जाएंगे। वो पता है ना वो इंडिया में है। 57 इस्लामी ममालिक ने एक के अंदर भी 10 दिन के जैसे सानू तबलीग दी इजाजत है। नहीं आती तो बाढ़ में यार क्या करे। चलो ठीक है, ਖਾਣਾ ਚਾਹ ਤਬਲੀਗ ਦੀ ਇਜਾਜ਼ਤ, ਖਾਣਾ ਜਾ ਕੇ ਤਬਲੀਗ ਕਰ ਸਕਦੇ ਨੇ। ਉਸ ਤਰ੍ਹਾਂ ਵੀ ਉੱਥੇ ਵੀ ਉਹੋ ਜਿਹੀ ਤਬਲੀਗ ਹੋਏਗੀ ਜਿਸ ਤਰ੍ਹਾਂ ਦੇ ਉਹਨੇ 2 ਬਾਦਸ਼ਾਹ ਬਣਾਏ ਸਨ, ਬਾਅਦ ਚ ਪਤਾ ਜਿਹੜੇ ਉਹ ਫੱਟੇ ਵਾਲੇ ਕੰਮ करते ਨੇ। ਬਾਦਸ਼ਾਹ ਤੇਰੇ ਕੱਪੜੋਂ ਸੇ ਬਰਕਤ ਢੂੰढ ਤੇ ਲੋਕ ਇੱਥੇ ਆਮ ਲੋਕ ਲਾਂਤਾ ਪਾਣ ਲੱਗੇ ਨੇ ਉਹਦੇ ਉੱਤੇ। ਅੱਛਾ ਯਾਰ ਉਹ ਫਿਰ ਗੱਲ ਵਿੱਚ ਰਹਿ ਜਾਂਦੀ। ਆਮਰ ਭਾਈ ਉਹ ਵੀਡੀਓ ਤੇ ਦੁਬਾਰਾ ਪਲੇ ਕਰੋ ਯਾਰ, ਚੰਗਾ ਭਲਾ ਮੈਂ ਮੌਜੂ ਤੇ ਲਿਆਉਣ ਦੀ ਕੋਸ਼ਿਸ਼ ਕਰਨਾ, ਫਿਰ ਗੱਲ ਵਿੱਚ ਰਹਿ ਜਾਂਦੀ ਹੈ। ਮੁਸਤਖੰਜਰ ਹੈ नासिर साहब क्या कहना चाह रहे हैं? मेरा भी सवाल ले लो, जिमनन मेरा भी सवाल ले लो। अगले दिन नासिर कहना था ਜਿਹੜਾ ਇਹਦੇ ਨਾਲ ਗੱਲ ਹੋਈ, ਇੱਕ ਹੀ ਕਿਤਾਬ ਪੜ੍ਹੀ ਹੈ, ਉਹ ਵੀ ਪਮੀਰੀ ਭੱਟ ਦੇ ਕਹਿਣ ਤੇ ਇਸਲਾਮੀ ਅਸੂਲੋਂ की फिलॉसफी, ਤੇ ਉਹਦਾ ਹੀ ਹਵਾਲਾ ਹੈ ਜ਼ੰਜਬੀਲ ਦਾ। ਨਹੀਂ ਵਜ੍ਹਾ ਕੀ ਹੈ ਕਿ ਜ਼ੰਜਬੀਲ ਤੇ ਕਹਿੰਦੇ ਜਿਹੜਾ ਅਦਰਕ ਤੇ ਅਦਰਕ ਦਾ ਮਤਲਬ ਅਦਰਕ ਨਹੀਂ, ਥੋਮ ਦਾ ਮਤਲਬ ਥੋਮ ਨਹੀਂ, ਚੰਦ ਦਾ ਮਤਲਬ ਚੰਦ ਨਹੀਂ, ਸੂਰਜ ਦਾ ਮਤਲਬ ਸੂਰਜ ਨਹੀਂ, ਉਹਦੀ ਵੀ ਗਲਤ ਤਾਵੀਲ ਹੋਗੀ। ਵਜ੍ਹਾ ਅਦਰਕ ਨੂੰ ਅਦਰਕ ਮੰਨ ਲੈ ਤੇ ਬੰਦਾ ਕੀ ਨੁਕਸਾਨ ਹੈ ਮਰਜ਼ੀ? ਅਦਰਕ ਨੂੰ ਛੱਡੋ, ਉਹਨੇ ਜਿੱਥੇ ਮਿਰਜ਼ਾ ਸਾਹਿਬ ਨੂੰ ਜਾ ਪਹੁੰਚਾਇਆ ਜੇ ਸਾਡੇ ਵਾਸਤੇ ਤੇ ਉਹ ਰੌਲਾ ਬਣੇ ਆ। ਮਸਲਾ ਇਸ ਵਕਤ ਜ਼ਿਆਦਾ ਇਹ ਸੀਰੀਅਸ ਹੈ ਕਿ ਉਹਨੇ ਕਿਹਾ ਕਿ ਮਿਰਜ਼ਾ ਸਾਹਿਬ ਆਪਣੇ ਆਪ ਨਾਲ ਜ਼ਨਾ ਕਰਦੇ ਰਹੇ ਨੇ, ਤੇ ਆਪਣੇ ਆਪ ਨਾਲ ਜ਼ਨਾ ਕਰਕੇ ਤੇ ਆਪਣੇ ਆਪ ਨੂੰ ਅਮਲ ਠਹਿਰਾ ਕੇ ਤੇ ਮਸੀਹ ਮਊਦ ਬਣੇ ਨੇ। ਇਹ ਉਹਨੇ ਕੋਡ ਐਂਡ ਕੋਡ ਅਲਫਾਜ਼ ਬੋਲੇ ਨੇ। ਇਹ ਅਲਫਾਜ਼ ਸਾਰੇ ਆਪਣੇ ਕੋਲ ਮਹਿਫੂਜ਼ ਰੱਖੋ, ਹਰ ਬੰਦੇ ਕੋਲ ਰਿਕਾਰਡਿੰਗ ਹੋਣੀ ਚਾਹੀਦੀ ਹੈ। ਆਮ ਤੌਰ ਤੇ ਮਿਰਜ਼ਾਈਆਂ ਦੇ ਕੋਲ ਇਹ ਹੀ ਮੌਜੂ ਹੁੰਦਾ ਹੈ ਕਿ ਈਸਾ ਅਲੈਹਿਸਲਾਮ ਫੌਤ ਹੋ ਗਏ, ਤੇ ਉਹਨਾਂ ਨੂੰ ਦੱਸੋ ਕਿ ਉਹਨੇ ਤੇ ਕਿਹਾ ਹਰ ਬੰਦਾ ਜਿਹੜਾ ਪਹਾੜ ਤੇ ਚੜਦਾ ਉਹ ਜ਼ਾਨੀ ਹੈ। ਜ਼ਨਾ ਕਰਕੇ ਆਉਂਦਾ, ਜ਼ਨਾ ਕਰਕੇ ਤੇ ਫਿਰ ਇਹ ਬਣੇ ਨੇ, ਫਿਰ ਆਪਣੇ ਆਪ ਨਾਲ ਆਪ ਜ਼ਨਾ ਕੀਤਾ ਹੈ। ਇਹ ਨਹੀਂ ਸਮਝ ਆਈ ਕਿ ਆਪਣੇ ਆਪ ਨਾਲ ਆਪ ਕਿਸ ਨੇ ਜ਼ਨਾ ਕੀਤਾ ਨੇ। ਯਾਰ ਅਬੂ ਬਕਰ ਮੀਰ ਨੂੰ ਚੁੱਕੀ ਥੱਲੋਂ ਸਾਹਿਲ। ਕਿ ਤੁਸੀਂ ਕੁਰਾਨ ਦੇ ਵਿੱਚੋਂ ਮੁਆਰਫ ਤਲਾਸ਼ ਕਰੋ। ਅਗਰ ਨਾਸਰ ਨੇ ਕੋਈ ਮੁਆਰਫ ਤਲਾਸ਼ ਕੀਤਾ ਹੈ
ਤੇ ਫਿਰ ਗੁੱਸੇ ਵਾਲੀ ਕਿਹੜੀ ਗੱਲ ਹੈ ਤੇ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਮੈਨੂੰ ਤੇ ਇਹ ਨਹੀਂ ਸਮਝ ਆਉਂਦੀ। ਪਤਾ ਨਹੀਂ, ਮਲਕ ਸਾਹਿਬ ਅੱਗੇ ਆਏ ਸੀ ਤੇ ਕਹਿ ਰਹੇ ਸੀ ਕਿ ਇਹ ਬਿਮਾਰ ਹੋ ਗਿਆ, ਇਹਦਾ ਦਿਮਾਗ ਖਰਾਬ ਹੋ ਗਿਆ। ਮੈਂ ਕਿਹਾ ਮਿਰਜ਼ਾ ਸਾਹਿਬ ਦੇ ਬਾਰੇ ਵੀ ਲੋਕੀ ਇਹੀ ਕਹਿੰਦੇ ਸੀ। ਕਿਸ ਤਰ੍ਹਾਂ ਬਿਮਾਰ ਹੋ ਗਿਆ? ਉਹ ਇੱਕ ਨਵਾਂ ਨੁਕਤਾ ਆਰਫਾਨਾ ਬਿਆਨ ਕਰ ਰਿਹਾ। ਅੱਲਾਹ ਤਾਲਾ ਦੇ ਸੱਚੇ ਬੰਦਿਆਂ ਨੂੰ ਲੋਕੀ ਬਿਮਾਰ ਕਹਿੰਦੇ ਨੇ। ਜੀ ਹਾਂ, ਇਹੋ ਜਿਹੇ ਨੂੰ ਸਾਰਿਆਂ ਨੂੰ ਲੋਕੀ ਇਹੀ ਕਹਿੰਦੇ। ਬਲਕਿ ਉਹਨਾਂ ਨੇ ਅੱਜ ਤਸਦੀਕ ਕੀਤੀ ਹੈ ਕਿ ਭਾਈ ਮੈਨੂੰ ਫੋਰਸ ਕਰਕੇ, ਲੇਕਿਨ ਮੈਂ ਆਪਣੀ ਵਿਲ ਦੇ ਨਾਲ ਇਹ ਅਲਫਾਜ਼ ਅਦਾ ਕੀਤੇ ਨੇ, ਲੇਕਿਨ ਕੁਝ ਵੀ ਨਹੀਂ ਹੋਇਆ। ਅੱਛਾ, ਉਹਨਾਂ ਨੇ ਬਾਅਦ ਦੇ ਵਿੱਚ ਇਹਦੀ ਮਤਲਬ ਤਸਦੀਕ ਕੀਤੀ ਹੈ? ਆਹੋ, ਹਾਂਜੀ, ਅੱਜ ਕਹਿ ਰਹੇ ਅੱਛਾ, ਸਨ ਕਿ ਭਾਈ ਮੈਨੂੰ ਫੋਰਸ ਕੀਤਾ ਹੈ, ਮੇਰੇ ਕੋਲੋਂ ਚਿੱਤ ਕੇ ਇਹ ਅਲਫਾਜ਼ ਕਢਾਏ ਨੇ ਔਰ ਮੈਂ ਆਪਣੀ ਵਿਲ ਦੇ ਨਾਲ ਬੋਲੇ ਨੇ, ਆਪਣੀ ਮਰਜ਼ੀ ਦੇ ਨਾਲ ਬੋਲੇ ਨੇ, ਲੇਕਿਨ ਉਹਦਾ ਨੁਕਸਾਨ ਕੋਈ ਨਹੀਂ ਹੋਇਆ। ਫਾਇਦਾ ਇਹ ਹੈ ਕਿ ਲੋਕੀ ਹੋਰ ਮੈਨੂੰ जानना शुरू हो गए। अच्छा हाँ, ये हम तो है है। शोहरत के तालिब, हमें नंग से क्या काम, बदनाम गर होंगे तो क्या नाम ना होगा। जी जी बोलो बोलो बकर भाई बोलो। हाँ, कोई हाल नहीं है। जगह जगह हुन रजूलियत होएगी। चौहान साहब तगड़े हो जाओ, चौहान साहब नारा कोट के बाद। हाँ, हाँ हाँ, बहुत सारे बंदे ने इस नुक्ते आरफाना नाल बहुत सारे लोग मुतफिक हो रहे हैं। ਹਾਂਜੀ ਆਮਿਰ ਭਾਈ, ਮੈਨੂੰ ਤੇ ਮੈਂ ਤੇ ਕਹਿ ਰਿਹਾ ਚੌਹਾਨ ਸਾਹਿਬ ਚੰਗੇ ਰਹਿ ਗਏ ਤੇ ਟਾਈਮ ਨਾਲ ਨਿਕਲ ਗਏ। ਹੁਣ ਇਸ ਉਮਰੇ ਚੌਹਾਨ ਸਾਹਿਬ ਨੇ ਆਹ ਕੰਮ ਕਰਦੇ ਚੰਗੇ ਲੱਗਣਾ ਸੀ। वही ना, शुक्र अल्हम्दुलिल्लाह। ਸੁੱਥਣ ਦਾ ਨਾਲਾ ਉਹ ਪਿਆਂਦਾ, ਉਹਨੇ ਆਖਿਆ ਨਹੀਂ ਮਰਾਸੀ ਨੇ ਨਾਲਾ ਘੁੱਟ ਕੇ ਬੰਨ ਲਈ ਵੀ ਮੁੰਡਾ ਪਿਛਾ ਨੂੰ ਆਉਂਦਾ ਹੀ ਪਿਆ। ਵਕਾਤ ਹੈ ਥੱਲੇ। ਨਹੀਂ ਇਸ ਗੱਲ ਦੀ ਤਸਦੀਕ ਥੋੜੀ ਦੇਰ ਪਹਿਲੇ ਚੌਹਾਨ ਸਾਹਿਬ ਨੇ ਵੀ ਕੀਤੀ ਹੈ। ਜਿਹੜਾ ਮਿਰਜ਼ਾ ਸਾਹਿਬ ਦਾ ਇਲਹਾਮ ਹੈ ਨਾ कि बीवी मुर्तद हो गई, इसको फिरना कहते हैं। चौहान साहब भी थोड़ी देर पहले यही कह रहे थे कि तो मुराद जमात ही है। जमात फिर की नहीं समझती ਇਹੋ ਜਿਹੇ ਮਾਰਫ ਨੂੰ। मिर्जा साहब ने तो बहरहाल यही बयान किया है। ਇਹ ਨੁਕਤਾ ਜਿਹੜਾ ਇਹ ਨया ਮਾਰਫਤ ਦਾ ਨੁਕਤਾ ਹੈ, ਇਹ ਸਾਨੂੰ ਨਹੀਂ ਪਤਾ ਇਹਦਾ। ये नुकता नाथर साहब ने विच आप पाया, बाकी मिर्जा साहब ने लिखी है तहरीर ते उसके थले नुकता नाथर साहब ने पाया। ਪੜਾ ਰਹੇ ਨੇ ਅਸਲ ਜੋ ਮਿਰਜ਼ਾ ਸਾਹਿਬ ਦੀ ਤਸ਼ਰੀਹ ਨੂੰ ਮਜ਼ੀਦ ਖੋਲ ਕੇ ਬਿਆਨ ਕਰ ਰਹੇ ਨੇ, ਕੋਈ ਗਲਤ ਕੰਮ ਨਹੀਂ ਕਰ ਰਹੇ। ਤੇ ਨਾਸਰ ਸਾਹਿਬ ਜਿਹੜੇ ਪਾਸੇ ਟੁਰੇ, ਮੈਨੂੰ ਲੱਗਦਾ ਸਾਰਿਆਂ ਨੂੰ ਹਮਲ ਕਰਾ ਕੇ ਛੱਡਣਗੇ।
वाह वाह वाह, क्या क्या वाह, क्या ही एडी बात, इल्म मार्फत कैसा कैसा नुक्ता सामने आ गया। देखो मिर्जा साहब इन्हें ना सुना पे करते ने या मिर्जा साहब ने अपने आप ना सुना किया, ये नहीं समझ आ रही की आज को नया नुक्ता पे बयान कर दे। आओ हाँ हाँ अमल वाले मौजू थे, मैंने याद की सी गल उन्होंने। यही ये देखो चराग देखो मिर्जा देंगे तो ਸਾਹਿਬ अंधेरा ਮਿਰਜ਼ਾ होगा। ਸਾਹਿਬ ਨੇ ਮੁਤਲਕ जो हज़रत कृष्ण ਜਿਹੜੇ ਸੀ ना उन्होंने मुतलक फरमाया कि उनके मुतलक जो गोपियों की कसरत मशहूर है, असल में हमारे ख्याल में ये बात है कि उम्मत की मिसाल औरत से भी दी जाती है। चुनांचे कुरान शरीफ से भी इसकी नज़ीर मिलती है कि जैसा कि फरमाता है ज़रबल्लाहु मसलन लिल्लज़ीना आमनू अमरात फ़िरौन। ये एक नहायत ही बारीक रंग का लतीफ़ इस्तारा होता है। उम्मत में जौहर सलाहियत होता है। नबी और उम्मत के ताल्लुक़ से बड़े बड़े हक़ाइक़ मारफ़ और फैज़ान के चश्मे पैदा होते हैं, और नबी और उम्मत के सच्चे ताल्लुक़ से वो नताइज पैदा होते हैं जिनसे खुदाई फैज़ान और रहम का जज़्ब होता है। बस कृष्ण और गोपियों के ज़ाहिरी किस्सा की तय में हमारे ख्याल में यही राज हकीकत पिन्हा है। 6 मार्च 1908। तो मिर्ज़ा साहब कहते हैं कि वो जेड़ा मोमन जेड़ा हुंदा है ना नबी दा, और ਉਹ ਵੀ ਜਿਹੜੇ ਮੋਮਨ ਵੀ ਹੁੰਦੇ ਨੇ ਉਹ ਉਹਨਾਂ ਦੇ ਵਾਸਤੇ ਮਤਲਬ ਔਰਤ ਹੀ ਹੁੰਦੇ ਨੇ। ਯਾਨੀ ਜਿਸ ਤਰ੍ਹਾਂ ਮਰਦ ਦੀ ਇਤਾਅਤ ਔਰਤ ਤੇ ਫਰਜ਼ ਹੈ, ਇਸ ਤਰ੍ਹਾਂ ਜਿਹੜਾ ਈਮਾਨ ਲਿਆਉਣ ਵਾਲੇ ਨੇ ਉਹਨਾਂ ਦੀ ਫਰਜ਼ ਹੈ ਕਿ ਉਹ ਆਪਣੇ ਜਿਹਦੇ ਤੇ ਈਮਾਨ ਲਿਆਏ ਉਹਦੀ ਇਤਾਅਤ ਕਰਨ। ਇਹ ਮਮਾਸਲਤਾਂ, ਇਹ ਤਸ਼ਬੀਹਾਂ, ਇਹ ਇਸ਼ਤਿਹਾਰੇ ਮਿਰਜ਼ਾ ਸਾਹਿਬ ਇਸਤੇਮਾਲ ਕਰਕੇ ਗਏ ਨੇ। ਨਾਸਰ ਨੇ ਮੈਂ ਕਹਿ ਰਿਹਾ ਕਿ ਥੋੜਾ ਜਿਹਾ ਉਹਨੂੰ बढ़ा ਕੇ ਖੋਲ ਕੇ ਬਿਆਨ ਕੀਤਾ, ਬਾਕੀ ਇਹ ਚੀਜ਼ਾਂ ਮੌਜੂਦ ਨੇ ਉੱਥੇ। हाँ बिल्कुल लिखा है उन्होंने। ऐसे ही तरीके नाल जेड़ा मिर्जा साहब ने कहा है ना कि मेरे मुबारक औरतें मेरे निकाह में आएगी, उनमें औलाद होगी, उससे मुराद मोमिनीन है। मिर्जा साहब जनानियां समझते रहे ने, सच मुराद होती मोमन मोमिनीन से। अच्छा ਇਹਨਾਂ ਕੋ नासिर साहब ने जो बयान किया मिर्जा साहब ने तो वो नहीं लिखा, उन्हें तो अपने कोलों ही वधा के बयान किया। ਇੱਥੇ मिर्जा साहब रसाला अंजाम आतन भी फरमाते हैं कि बराहीन अहमदिया में भी इस वक्त से 17 बरस पहले इस पेशगोई की तरफ इशारा फरमाएगा जो इस वक्त मेरे पर खोला गया है, और वो इल्हाम ये है, या आदम उसकुन अंता व ज़ौजकल जन्ना, या मरियम उसकुन अंता व ज़ौजकल जन्ना, या अहमद उसकुन अंता व ज़ौजकल जन्ना। इस जगह इतराज नहीं है, लेकिन तीसरी दफा हुआ है। 3 जगह ज़ौज का लफ्ज़ आया है और 3 नाम इस आजिज़ के रखे गए। पहला नाम आदिम, ये वो इब्तदाई नाम है, जबकि अल्लाह ताला ने अपने हाथ से इस आजिज़ को रूहानी वजूद बख्शा।
उस वक़्त पहली ज़ौजा का ज़िक्र फरमाया, फिर दूसरी ज़ौजा के वक्त में मरियम नाम रखा क्योंकि उस वक़्त मुबारक औलाद दी गई जिसको मसीह से मुशाबत मिली, और नीज़ उस वक्त मरियम की तरह कई इब्तला पेश आए जैसा कि मरियम को हज़रत ईसा अलैहिस्सलाम की पैदाइश के वक़्त यहूदियों की बदज़नियों का इब्तला पेश आया। और तीसरी ज़ौजा जिसकी इंतज़ार है उसके साथ अहमद का लफ्ज़ शामिल किया गया। जी ਇਹ ਤੀਸਰੀ ਜਿਹੜੀ ਸੈਕਿੰਡ ਅੱਲਾਹ ਤਾਲਾ ਨੇ ਇਹ ਲਾਸ਼ ਨੇ ਜਿਹੜੀ ਲਵਾਈ ਹੈ ਮੁਹੰਮਦੀ ਬੇਗਮ ਪਿੱਛੇ ਸੈਕ ਦੇ ਰਫਾ ਹੋ ਗਿਆ ਮੁਹੰਮਦੀ ਤਸਲੀਮ ਬੇਗਮ ਨਹੀਂ ਹੋਈ ਦੇ ਨਾਲ ਵੀ ਉਹ ਸਮਝਦੇ ਸੀ ਕਿ ਇਹਦੇ ਚੋਂ ਮੈਨੂੰ ਉਹ ਪਿਸਰੇ ਮੌਦ ਮਿਲੇਗਾ, ਇਹ ਉਹਨਾਂ ਦਾ ਖਿਆਲ ਸੀ। ਤੇ ਉਹ ਪਿਛਲੇ ਮੁਹੱਲੇ ਲੱਭਿਆ ਨਹੀਂ ਦਰੁਸਤ ਲੱਭਿਆ ਗੱਲ ਹੈ। ਉਹ ਹਾਂਜੀ ਹਾਂਜੀ ਉਹ मुजद्दिद आज़म ने किताब लिखी है डॉक्टर बिशारत ने, उन्होंने आख्या कि मुहम्मदी बेगम तो मुराद अहमद बेग की लड़की नहीं, मिर्जा साहब उन्होंने अहमद बेग की लड़की समझते रहे ने। दरअसल ये तो मुराद अकवामे मगरब ने, मगरब दियां कौमां। ਉਹ ਤਾਂ ਖੈਰ कोई तुक बनती नहीं है, ਉਹਦੀ ਨਹੀਂ तुक बनती, ਉਹ ਤੇ ਐਵੇਂ अंधे को अंधेरे में बहुत दूर की सूझी वाली गल है। नहीं हम्म। भाई वो इस्तारा के रंग में है ना, कुछ सचमुच कोई सैक्स ਤੇ ਨਹੀਂ ਕਰਦਾ ਮੋਮਨ ਆਪਣੇ ਜਿਹਦੇ ਨਾਲ ਉਹ ਬੈਤ ਕਰਦਾ, ਇਹ ਤੇ ਇਸਤਾਰਾ ਦੇ ਰੰਗ ਦੇ ਵਿੱਚ ਹੈ। गल ये है जिमें उन्होंने किया कि मोमन जो है सच्चा मोमन खसी होता है। ਹੁਣ ਤੁਸੀਂ ਸੋਚੋਗੇ ਉਹ ਸੱਚਮੁੱਚ ਉਹਦੇ ਜਾ ਕੇ ਤੁਸੀਂ ਉਹ ਕਲੈਂਪ ਲੈ ਕੇ ਉਹਦੇ ਮਤਲਬ ਵੱਢ ਦਿਓ, ਇਹ ਮਕਸਦ ਨਹੀਂ ਹੈ ਨਾ। ਮਤਲਬ ਤੇ ਹੈ ਕਿ ਵੀ ਉਹ ਗੁਨਾਹ ਵੱਲੋਂ ਮਤਲਬ ਖਸੀ ਹੁੰਦਾ ਹੈ ਕਿ ਗੁਨਾਹ ਉਹਦੇ ਕੋਲ ਜ਼ਦ ਨਹੀਂ ਹੁੰਦਾ। ਸੱਚਾ ਮੋਮਨ ਤੇ ਐਸਾ ਹੀ ਹੁੰਦਾ ਹੈ। ਇਹ ਮਤਲਬ ਇਸਤਾਰਾ ਔਰ ਮੈਟਾਫੋਰਿਕ ਹੈ ਨਾ ਇਹ ਗੱਲਾਂ। चौहान साहब मैं कह रहा कि जिस तरह बीवी तो मुराद कौम हुंदी है ते मिर्जा साहब मुहम्मदी बेगम ਨੂੰ बीवी बनाना ਚਾਹੁੰਦੇ ਸੀ ਨਾ। ਉਹ ਤੇ ਮੈਂ ਕਹਿ ਰਿਹਾ ਉਹ ਦਰੁਸਤ ਗੱਲ ਹੈ। ਉੱਥੇ ਇਹ ਵਾਲੀ ਤਵੀਲ ਕਰਨਾ ਕਿ ਉਹ ਵਾਲੀ ਉਹ ਮੁਰਾਦ ਸੀ, ਉੱਥੋਂ ਤੇ ਮੁਰਾਦ ਮੁਹੰਮਦੀ ਬੇਗਮ ਹੀ ਸੀ। लेकिन डॉक्टर बिशारत ने अगर ਉਹਦੇ ਤੋਂ ਕੋਈ ਕੌਮ ਮੁਰਾਦ ਲਈ ਹੈ, ਮਗਰਬੀ ਕੌਮ ਜਾਂ ਮਗਰਬੀ ਕੌਮਾਂ, ਤੇ ਗੱਲ ਤੇ ਨਿਕਲਦੀ ਹੈ ਨਾ। ਮਿਰਜ਼ਾ ਸਾਹਿਬ ਦੀਆਂ ਗੱਲਾਂ 'ਚ ਗੱਲ ਨਿਕਲ ਆਉਂਦੀ ਨਹੀਂ, ਲੇਕਿਨ ਮੁਹੰਮਦੀ ਬੇਗਮ ਤੇ ਇੱਕ ਫਿਜ਼ੀਕਲ ਔਰਤ ਸੀ ਨਾ ਜਿਹਦੇ ਨਾਲ ਉਹ ਨਿਕਾਹ ਕਰਨਾ ਚਾਹੁੰਦੇ ਸੀ, ਔਰ ਉਹਦੇ ਚੋਂ ਉਹ ਸਮਝਦੇ ਸੀ ਔਲਾਦ ਵੀ ਪੈਦਾ ਹੋਏਗੀ ਜਿਹਦਾ ਅੱਲਾਹ ਤਾਲਾ ਨੇ ਤੀਸਰੇ ਮੌਤ ਦਾ ਵਾਅਦਾ ਕੀਤਾ ਹੈ। ਕਿਉਂਕਿ ਉਹਨਾਂ ਨੇ ਖੁਦ ਹੀ ਲਿਖਿਆ ਹੋਇਆ ਹੈ ਕਿ ਪਹਿਲੇ ਹਾਂ ਉਹ ਤਾਂ ਠੀਕ ਹੈ, ਉਹ ਵੀ ਸਾਡੀ ਗਲਤੀ ਤੁਸੀਂ ਬੇਸ਼ੱਕ ਹਰ ਕੋਈ ਕਹਿੰਦਾ ਰਹੇ, ਲੇਕਿਨ ਮੈਂ ਕਹਿ ਰਿਹਾ ਕਿ ਉਹਨਾਂ ਨੇ ਪਹਿਲੇ ਉਹਨਾਂ ਦਾ ਖਿਆਲ ਸੀ ਕਿ ਉਹ ਜਿਹੜਾ ਪਿਸਰੇ ਮਊਦ ਹੈ नुसरत जहाँ बेगम दे बतन चो होएगा, लेकिन बाद च उन्होंने कहा कि नहीं, बाद च मुझे इल्हामात हुए कि और एक और शादी करनी पड़ेगी। और ਉਹਦੇ ਲਈ ਉਹ ਰਿਸ਼ਤਾ ਦੇਖਦੇ ਵੀ ਰਹੇ। ਉਹਨਾਂ ਨੇ ਦੱਸਿਆ ਵੀ ਕਿ ਕੁਝ ਔਰਤਾਂ, 2 ਔਰਤਾਂ ਦਾ ਆਇਆ ਵੀ ਹੈ ਰਿਸ਼ਤਾ, ਲੇਕਿਨ ਇੱਕ ਚਾਹ ਖਰਾਬੀ ਸੀ, ਦੂਸਰੀ ਚਾਹ ਖਰਾਬੀ ਸੀ। ਯਾਨੀ ਅੱਲਾਹ ਤਾਲਾ ਨੇ ਜੋ ਉਹਨਾਂ ਨੂੰ ਦੱਸਿਆ ਸੀ ਉਸ ਤੋਂ ਇਹ ਮੁਰਾਦ ਸੀ ਕਿ ਉਹਨਾਂ ਦੀ ਇੱਕ ਜਮਾਤ ਹੋਏਗੀ, लेकिन वो उन समझते रहे कि शायद मैंने निकाह करना पड़ेगा। निकाह तो उन्होंने नहीं होया बहरहाल तीसरा। डॉक्टर बिशारत का जिक्र है, डॉक्टर बिशारत साहब कहते हैं मुराद मुहम्मदी बेगम तो की कहदा ईसाई कौमां ने, ठीक है ना, लेकिन मिर्जा साहब कहते हैं याजूज माजूज तो मुराद ईसाई कौमां ने। दोवां गल्लां दे अंदर तजाद आंदा है ਤੇ ਹੁਣ ਕਿਸ ਮਕਸਦ ਦੇ ਨਾਲ ਜਮਾਤ ਖਲੋਂਦੀ ਹੈ? ਅਸੀਂ ਮਿਰਜ਼ਾ ਸਾਹਿਬ ਦੇ ਨਾਲ ਹੀ ਖੜੇ ਹੋਵਾਂਗੇ। ਸਾਨੂੰ ਬਿਸ਼ਾਰਤ ਸਾਨੂੰ ਕੀ ਕਹਿੰਦਾ, ਸਾਡੇ ਲਈ ਤੇ ਉਹਦੀ ਕੋਈ ਸਿਹਤ ਨਹੀਂ, ਬਿਸ਼ਾਰਤ ਦੀ ਜ਼ਰੂਰਤ ਨਹੀਂ। ਤੁਹਾਡੀ ਐਕਸ ਜਮਾਤ ਜਿਹੜੀ ਜਮਾਤ ਦੇ ਜਿਹੜੇ ਮਰਜ਼ਈ ਨੇ ਉਹਦਾ ਕੀ ਜਵਾਬ? ਮਿਰਜ਼ਈ ਵੀ ਨਹੀਂ ਮੰਨਣਗੇ ਕਿਉਂਕਿ ਉਹ ਲੋਰੀ ਜਮਾਤ ਦਾ ਸੀ ਬਿਸ਼ਾਰਤ। ਅੱਛਾ ਠੀਕ ਹੋ ਗਿਆ। ਮੈਂ ਕਲੀਅਰ ਕਰਨਾ ਚਾਹ ਰਿਹਾ। ਅਫੀ ਸ਼ੇਖ ਅਗੇ ਰੱਖੋ ਇਹ ਮਸਲਾ ਤੇ ਉਹ ਦੱਸੇਗਾ ਇਹਦਾ ਕੀ ਨਤੀਜਾ। ਅਮਰ ਭਾਈ ਤੁਹਾਨੂੰ ਇੱਕ ਆਡੀਓ ਸੁਣਾਣੀ ਹੈ 1 ਮਿੰਟ ਦੀ ਸਿਰਫ ਨਾ, ਉਹ 1 ਮਿੰਟ ਦੀ ਸਿਰਫ ਆਡੀਓ ਸੁਣੋ। ਇੱਕ ਬੜਾ ਇਲਮੀ ਤੇ ਮਾਰਫਤ ਦਾ ਜਿਹੜਾ
ਦੋ ਨੁਕਤਾ ਆਦਮ ਸੈਫੀ ਸਾਹਿਬ ਵਰਗੇ ਨੇ, ਠੀਕ ਹੈ। ਆਦਮ ਸੈਫੀ ਸਾਹਿਬ ਵਰਗੇ, ਜਿਸ ਤਰ੍ਹਾਂ ਉਹ ਅਨਸਰ ਰਜ਼ਾ ਸਾਹਿਬ ਨੇ ਮੁੱਤੇ ਦੇ ਉੱਤੇ ਇਲਜ਼ਾਮੀ ਜਵਾਬ ਦਿੱਤਾ ਜਾਂ ਗੱਲ ਕੀਤੀ, ਇਹਨਾਂ ਨੇ ਆਖਿਆ ਜੋ ਗੁਸਾਖੀ ਹੋ ਗਈ ਹੈ, ਠੀਕ ਹੈ। ਮਤਲਬ ਕਿ ਇਹ ਚੀਜ਼ਾਂ ਫਿਰ ਇਹਨਾਂ ਦੀ ਵਜ੍ਹਾ ਤੋਂ ਉਹਨਾਂ ਲੋਕਾਂ ਨੂੰ ਵੀ ਇਹ ਸਹਿਣੀਆਂ ਪੈਂਦੀਆਂ, ਕਹ ਲਓ ਕਿ ਅੱਗੇ ਆਉਂਦੀਆਂ ਨੇ। ਤੇ ਸਾਨੂੰ ਸਟੈਂਡ ਲੈਣਾ ਚਾਹੀਦਾ ਕਿ ਇਲਜ਼ਾਮੀ ਜਵਾਬ ਤੱਕ ਬੰਦਾ ਕਿੱਥੋਂ ਕਿਸ ਹੱਦ ਤੱਕ ਰਹਿ ਸਕਦਾ। ਇਹ ਹੱਦ ਬਹੁਤ ਪਾਰ ਕਰ ਚੁੱਕੇ ਨੇ ਲੋਕ ਨਾ ਇੱਥੇ ਬੈਠੇ। ਇਹਨਾਂ ਨੇ ਪਾਰ ਕੀਤੀ ਕੀ ਹੋਇਆ ਜੀ? ਕੋਈ ਨਹੀਂ ਦੱਸਾਂਗੇ ਜਦੋਂ ਫਿਲਹਾਲ ਹਾਸਾ ਹੋਏਗਾ। ਹੁਣ ਫਿਲਹਾਲ ਮੈਂਗੋ ਮੈਨ ਸਾਹਿਬ ਚਲੇ ਗਏ ਨੇ, ਉਹਨਾਂ ਨੂੰ ਤਕਰੀਰ ਸੁਣਦੇ ਸਾਨੂੰ ਉੱਥੇ ਬੈਠੇ, ਤੇ ਬਾਅਦ ਚ ਕਰਾਂਗਾ ਫੋਨ, ਹੁਣ ਮੈਂ ਬਿਜ਼ੀ ਹੋਵਾਂਗਾ। ਅੱਲਾ ਹਾਫਿਜ਼। ਇੰਨੀ ਕੁ ਤੁਹਾਨੂੰ ਸੁਣਾਣੀ ਸੀ ਕਿ ਇਲਜ਼ਾਮੀ ਇਲਜ਼ਾਮੀ ਜਵਾਬ, ਹੁਣ ਇਹਨਾਂ ਨੂੰ ਅਹਿਸਾਸ ਹੋਣ ਲੱਗ ਪਿਆ ਕਿ ਇਲਜ਼ਾਮੀ ਜਵਾਬ ਦੇ ਵਿੱਚ ਜਿਹੜਾ ਅੱਗੇ ਜਾਣ ਲੱਗ ਪਏ ਆ। ਜੀ ਜੀ ਮੈਂ ਜ਼ਾਹਿਰ ਸਾਹਿਬ ਇਹ ਜਿਹੜੀ ਕੀਤੀ ਹੈ ਨਾ, ਉਹਦੀ ਕੀ ਨਾਂ ਹੈ, ਉਸ ਗੱਡੀ ਦੀ ਚਬਾਟੇ ਥੱਲੋਂ ਡਿੰਗਾ ਅਨਸਰ ਰਜ਼ਾ ਨੇ ਬਕਵਾਸ ਕੀਤੀ ਸੀ 3 ਦਫਾ, ਉਹਦੀ ਮੈਂ ਨੱਕ ਨਾਲ ਲਕੀਰਾਂ ਕਢਾਈਆਂ ਨੇ, 3 ਦਫਾ ਨੇ ਮਾਫੀ ਮੰਗੀ। ਇਹ ਜਿਹੜਾ ਮਫਰੂਜ਼ਾ ਨੇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਖਬਾਸਤ ਕਰ ਰਿਹਾ ਸੀ, ਢੂੰਢ ਲਓ ਮੁਝੇ ਦੇ ਨਾਲ, 3 ਦਫਾ ਨੇ ਮਾਫੀ ਮੰਗੀ ਔਨ ਦਾ ਮਾਈਕ। ਔਰ ਫਿਰ ਵੀ ਕਹਾਂਗੇ ਜੀ ਠੀਕ ਹੈ। ਮੇਰਾ ਗੱਲ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਹੁਣ ਲੱਗ ਪੈਂਦੇ ਨਾ ਪਿੱਟਣ ਕਿ ਇਲਜ਼ਾਮੀ ਜਵਾਬ ਜਿਹੜਾ ਸਾਨੂੰ ਹੱਦ ਤੱਕ ਰਹਿਣਾ ਚਾਹੀਦਾ ਹੈ। ਅਸੀਂ ਇਲਜ਼ਾਮੀ ਜਵਾਬ ਇਸ ਤਰ੍ਹਾਂ ਦਾ ਦਿੰਦੇ ਹਾਂ ਕਿ ਅਗਲੇ ਸਾਡੀ ਮੰਜੀ ਠੋਕਦੇ ਨੇ ਫਿਰ ਟਿਕਾ ਕੇ। ਤੇ ਕਰੋ ਪੁੱਤਰ, ਦਿਓ ਇਲਜ਼ਾਮੀ ਜਵਾਬ। ਹੁਣ ਆਓ, ਇਹਤਰਾਮ ਉਹਨਾਂ ਦੇ ਹੱਥ ਦੇ ਅੰਦਰ ਹੀ ਹੈ ਕਿ ਜਿੰਨਾ ਉਹ ਬਸ਼ੀਰ ਦੇ ਇਲਹਾਮ ਦੀ ਤਰ੍ਹਾਂ ਉਹਨੂੰ ਫੈਲਾਉਣਾ ਚਾਹੁੰਦੇ ਨੇ ਪੇਚਾ ਸਾਹਿਬ, ਗੰਦੇ ਆਪ ਹੀ ਹੋਣਗੇ। ਹੁਣ ਕਿੰਨੇ ਮਿਰਜ਼ਾਈ ਨੇ ਮੈਨੂੰ ਕੱਲ ਕਹਿ ਰਹੇ ਨੇ ਅਵੈਸ ਖਾਨ ਸਾਹਿਬ ਦੇ ਆਪ ਪਹਿਲੇ ਜੈਸੇ ਥੇ ਵੈਸੇ ਹੋ ਜੇ। ਮੈਂ ਕਿਹਾ ਤੁਹਾਡੇ ਹੱਥ ਦੇ ਅੰਦਰ ਹੈ, ਤੁਸੀਂ ਇਹਤਰਾਮ ਨਾਲ ਗੁਫ਼ਤਗੂ ਕਰੋ, ਇਹਤਰਾਮ ਨਾਲ ਜਵਾਬ ਦੇਵਾਂਗੇ। ਹੁਣ ਅਸੀਂ ਬਰੋਡ ਲੈਸ ਸ਼ੁਰੂ ਹੀ ਕੀਤੀ ਹੈ ਤੇ ਥੱਲੇ ਆ ਕੇ ਤੁਸੀਂ ਗਲੀਜ਼ ਗਾਲਾਂ ਲਿਖਣਾ ਸ਼ੁਰੂ ਹੋ ਗਏ ਹੋ। ਇਹਦਾ ਮੈਂ ਕੀ ਜਵਾਬ ਦੇਵਾਂ? ਕਹਿੰਦੇ ਇਗਨੋਰ ਕਰ ਦੋ। ਇੱਕ ਬੰਦਾ ਇਗਨੋਰ ਕਰ ਸਕਦਾ, 2 ਕਰ ਸਕਦਾ, 1.5-2 ਸਾਲ ਹੋ ਗਿਆ, ਠੀਕ ਹੈ ਨਾ। ਹੁਣ ਤੇ ਜਿਸ ਤਰ੍ਹਾਂ ਮਰਜ਼ਾਈ ਨੂੰ ਵੇਖ ਕੇ ਹੱਥ ਹੀ ਸਿੱਧਾ ਜੁੱਤੀ ਨੂੰ ਪਾਈਦਾ, ਬਿਲਕੁਲ ਸਿੱਧੇ ਚੱਲ ਰਹੇ ਨੇ, ਹੋ ਸਕਦੇ ਨਹੀਂ ਹੈ ਨੇੜੇ। ਇਹ ਕੱਲ ਜਿਹੜਾ ਫਾਈਟਰ ਹੈ ਬੱਟਾਂ ਦੇ ਅੰਦਰੋਂ ਵੀ ਜਿਹੜਾ ਕਾਲਾ ਹੈ, ਪਤਾ ਨਹੀਂ ਕਿਸ ਤਰ੍ਹਾਂ ਬੱਟਾਂ ਦੇ ਅੰਦਰੋਂ ਕਿਸ ਤਰ੍ਹਾਂ ਕਾਲਾ ਹੋ ਗਿਆ, ਖੁਦਾ ਬਿਹਤਰ ਜਾਣੇ। ਵਾਲਦਾ ਸਾਹਿਬਾ ਕਿਤੇ ਖਿਆਨਤ ਕਰਦੀ ਰਹੀਆਂ ਨੇ। ਇਹਨੇ ਇੱਕ ਫੋਟੋ ਲਾਈ ਨਾਲ ਬੰਦਾ ਬੈਠਾ, ਮੈਂ ਕਿਹਾ ਲਾ ਲਈਏ ਨਾ, ਠੀਕ ਹੋ ਗਿਆ। ਹੁਣ ਇਜਾਜ਼ਤ ਨਹੀਂ ਅਸੀਂ ਵੀ ਲਾ ਲਈਏ, ਕਹਿੰਦਾ ਨਹੀਂ ਮੈਂ ਫੌਰਨ ਲਗਵਾਉਣਾ। ਮੈਂ ਕਿਹਾ 15 ਮਿੰਟ ਦਾ ਟਾਈਮ, ਅਸੀਂ ਕੁਝ ਨਹੀਂ ਕਰਾਂਗੇ, ਜਿਹੋ ਜਿਹੀ ਖਬਾਸਤ ਕਰੋਗੇ ਤੁਹਾਡਾ ਕਾਬਰਿੰਦ ਦੀ ਤੇ ਹਰ ਸ਼ੈ ਵਾਇਰਲ ਹੈ, ਓਪਨ ਹੈ, ਅਸੀਂ ਉਹੀ ਚੁੱਕ ਕੇ ਤੁਹਾਡੇ ਕਾਬਰਿੰਦ ਤੇ ਲਾ ਦਿਆਂਗੇ। ਤੇ ਬਾਉਂਡਰੀਜ਼ ਤੁਹਾਡੇ ਹੱਥ ਦੇ ਅੰਦਰ ਨਹੀਂ ਤੈਅ ਕਰਨਾ ਮਰਜ਼ਈਓ। 74 ਦੇ ਅੰਦਰ ਤੁਸੀਂ ਕਾਫਰ ਡਿਕਲੇਅਰ ਹੋਏ, 74 ਦੀ ਕਾਰਵਾਈ ਤੁਹਾਡੇ ਖਿਲਾਫ ਹੋਈ ਹੈ। ਕੱਲ ਇਬਨ ਬਗਾ ਮੀਰ ਖੰਜ਼ੀਰ ਕੀ ਕਹਿ ਰਿਹਾ ਹੈ, ਕਹਿੰਦਾ ਬਈ ਜਿਸ ਤਰ੍ਹਾਂ ਕੰਮ ਸਾਡੇ ਨਾਲ ਇਹਨਾਂ ਨੇ 74 'ਚ ਕੀਤਾ ਹੈ, ਅਸੀਂ ਇਹੀ ਕਰਨੇ ਆ। ਇਹਨਾਂ ਦੇ ਸਾਹਮਣੇ ਇਬਾਰਤ ਰੱਖਾਂਗੇ ਔਰ ਪੁੱਛਾਂਗੇ ਤੁਸੀਂ ਔਨ ਕਰਦੇ ਹੋ ਡਿਸਓਨ ਕਰਦੇ ਹੋ। ਉਹ ਆਪਣੇ ਕੋਠੇ ਦੇ ਉੱਤੇ ਗੁੱਡੀ ਉਡਾਉਣੀ ਬੜੀ ਆਸਾਨ ਹੈ। ਆਓ ਹਾਂ ਨਿਊਟਰਲ ਵਰਡ ਤੇ ਗੱਲ ਕਰੋ, ਮਰਜ਼ਈਏ ਦੀ ਮਾਂ ਮਰ ਜੇ। ਇਹਨੇ ਜੇ ਪੁੱਤਰ ਹੀ ਨਹੀਂ, ਨਾ ਮੀਰ ਖੰਜ਼ੀਰ, ਨਾ ਪੰਬੀਰੀ ਭੱਟ, ਨਾ ਅਹਿਮਦ ਭੱਟ। ਓਪਨ ਚੈਲੰਜ ਦਿੱਤਾ ਮੈਂ ਅਹਿਮਦ ਭੱਟ ਨੂੰ, ਬਹਿ ਮੇਰੇ ਨਾਲ ਡਿਸਕਸ ਕਰ, ਜਿਹੜੇ ਕਿਹਦੇ ਮਾਮਾ ਤੇ ਤੂੰ ਸਵਾਲ ਕੀਤੇ ਨੇ ਮੈਂ ਤੈਨੂੰ ਤਹਿਰੀਰੀ ਜਵਾਬ ਦਿੱਤੇ ਨੇ, ਜਾਂ ਉਹਦਾ ਤਹਿਰੀਰੀ ਰੱਦ ਕਰ ਜਾਂ ਮੇਰੇ ਨਾਲ 1 to 1 ਬਹਿ ਕੇ ਗੁਫ਼ਤਗੂ ਕਰ। ਉਹਨੇ ਕਿਹਾ ਨਹੀਂ ਯਾਰ ਮੈਂ ਨਹੀਂ ਕਰ ਸਕਦਾ, ਮੈਂ ਖਾਲੀ ਇਕੱਲਾ ਹੀ ਭੌਂਕ ਸਕਦਾ, ਤੇ 3 ਘੰਟੇ ਮੈਂ ਭੌਂਕਿਆ, 7 ਘੰਟੇ ਤੂੰ ਵੀਡੀਓ ਬਣਾ ਕੇ ਤੂੰ ਭੌਂਕ ਲੈ। ਇੰਨੇ ਜੋਗੇ ਨੇ ਬਸ। ਨਹੀਂ ਸਾਡੇ ਨਾਲ 74 ਵਾਲਾ ਕੰਮ ਇਹਨਾਂ ਕਿਸ ਤਰ੍ਹਾਂ ਕਰਨਾ ਹੈ ਕਿ ਤਹਿਰੀਰ ਰੱਖਾਂਗੇ, ਔਨ ਕਰੋ ਡਿਸऑन ਕਰੋ। ਉਹ ਅਸੀਂ ਸਵਾਏ ਕੁਰਾਨ ਹਦੀਸ ਤੋਂ ਕਿਹੜੀ ਚੀਜ਼ ਸਾਡੇ ਵਾਸਤੇ ਹੁਜਤ ਹੈ ਜਿਹੜੀ ਅਸੀਂ ਉਹਨੂੰ ਔਨ ਕਰਨਾ ਹੈ? ਅਸੀਂ ਤੇ ਡਿਸऑन ਕਰ ਦਿਆਂਗੇ। ਤੇ 74 ਹੀ ਤੇ ਪੁੱਤਰ ਤਹਿਰੀਰਾਂ ਹੀ ਉਹ ਰੱਖੀਆਂ ਗਈਆਂ ਸੀ ਜਿਹਨੂੰ ਤੁਸੀਂ ਡਿਸऑन ਕਰ ਨਹੀਂ ਸਕਦੇ। ਸੋ ਤੁਸੀਂ ਤੇ ਉਹਨਾਂ ਤਹਿਰੀਰਾਂ ਦਾ ਜਵਾਬ ਵੀ ਨਹੀਂ ਸੀ ਦੇ ਸਕਦੇ ਤੇ ਉਹਨਾਂ ਨੂੰ ਡਿਸऑन ਵੀ ਨਹੀਂ ਸੀ ਕਰ ਸਕਦੇ। ਤੁਹਾਡੀ ਸ਼ਰਮਿੰਦਗੀ ਤੇ ਇਸ ਹੱਦ ਤੱਕ ਗਈ ਹੈ ਕਿ ਤੁਸੀਂ ਆਪਣੇ ਅਖਬਾਰ ਤੋਂ ਮੁੱਕਰ ਗਏ ਸੋ ਕਿ ਸਾਡਾ ਅਖਬਾਰ ਹੀ ਨਹੀਂ ਹੈ। ਅੱਛਾ ਮਜ਼ੇ ਦੀ ਗੱਲ ਹੈ, ਕਹਿੰਦਾ ਵੇ ਕਿ ਜੀ 74 ਦੇ ਅੰਦਰ ਜਿਨ੍ਹਾਂ ਦੇ ਖਿਲਾਫ ਮੁਕੱਦਮਾ ਹੈ ਮੁੱਦਈ ਆਪ ਹੀ ਜੱਜ ਨੇ। ਹੁਣ ਦੇਖੋ ਜਿੰਨੇ ਮਰਜ਼ੋਟੇ ਨੇ ਕਿਸੇ ਨੇ ਵੀ ਖੋਲ ਕਿਤਾਬ ਤੇ ਪੜ੍ਹਨੀ ਨਹੀਂ ਹੈ, ਠੀਕ ਹੈ। ਉਹ ਕੋਲੂ ਦੇ ਬਹਿਰ ਵਾਲਾ ਕੰਮ ਹੈ, ਠੀਕ ਹੈ। ਉਹ ਕਹਾਂਗੇ ਯਾਰ ਦੇਖੋ ਕਿੰਨੀ ਸਹੀ ਗੱਲ ਹੈ, ਉਹਨਾਂ ਦੇ ਖਿਲਾਫ ਮੁਕੱਦਮਾ ਸੀ ਤੇ ਉਹ ਆਪ ਹੀ ਮੁੱਦਈ ਸਨ ਤੇ ਆਪ ਹੀ ਜੱਜ ਸਨ। ਕਿੱਡਾ ਵੱਡਾ ਜ਼ੁਲਮ ਕਾਇਨਾਤ ਦੇ ਨਾਲ। ਐਸੇ ਕੋ ਬੇਸ਼ਰਮ ਨੇ ਕਿ ਯਾਰ ਇਨਸਾਨ ਦਾ ਜ਼ਮੀਰ ਹੁੰਦਾ ਹੈ, ਉਹਨੂੰ ਸ਼ਰਮ ਆਉਂਦੀ ਹੈ ਕੋਈ ਝੂਠ ਬੋਲਦੇ ਆ। ਬਿਲਕੁਲ ਹੀ ਸਿਰੂ ਗੰਜੇ ਨੇ ਤੇ ਬਗੈਰ ਪੈਰ ਦੇ ਚੱਲ ਰਹੇ ਨੇ।
ਅੱਛਾ ਮੇਰੀ ਗੱਲ ਸੁਣਿਓ ਅਬੂ ਬਕਰ ਵੀਰ ਭਾਈ, ਮੈਂ ਨਾ ਹੋ ਸਕਦਾ ਮੇਰੀ ਅੱਖ ਲੱਗ ਜੇ, ਤੇ ਜੇ ਕੋਈ, ਮੈਂ ਕਹਿ ਰਿਹਾ ਸੀ ਕਿ ਜੇ ਹੋ ਸਕਦਾ ਮੁਮਕਿਨ ਹੈ ਕਿ ਮੇਰੀ ਅੱਖ ਲੱਗ ਜੇ, ਤੇ ਜੇ ਮੈਂ ਸੌਂ ਗਿਆ ਜਾਂ ਕੋਈ ਗੱਲ ਹੋਈ ਜਾਂ ਕੋਈ ਉੱਪਰ ਕਰਨਾ ਹੋਏ ਜਾਂ ਉਠਾਣਾ ਹੋਏ ਜਾਂ ਕਿਸੇ ਨੂੰ ਥੱਲੇ ਕਰਨਾ ਹੋਏ, ਤੇ ਮੈਨੂੰ ਫੋਨ ਮੈਸੇਜ ਕਰ ਦਿਓ ਜਾਂ ਫੋਨ ਕਰ ਦਿਓ। ਤੇ ਮੈਂ ਅੱਜ ਇੱਥੇ 3 ਵੜਾ ਮੋਡ ਸਾਹਿਬ ਬਣ ਸੌਂ ਸਕਦੇ ਗਏ ਨੇ, ਨੇ। ਇੱਕ ਦੋ ਬੰਦਾ ਹੋਰ ਬਣਾ ਲਓ, ਅਸੀਂ ਨਹੀਂ ਕਹਿੰਦੇ ਸਾਨੂੰ ਬਣਾਓ, ਲੇਕਿਨ ਉਹ ਭਾਈ ਉਸਤਾਦ ਨੂੰ ਬਿਠਾ ਬਣਾਉਣ ਵਾਲਾ ਲਓ ਬੰਦਾ ਸੁੱਤਾ ਹੈ, ਬਣਾਉਣ ਵਾਲਾ ਬੰਦਾ ਸੁੱਤਾ ਹੈ ਕਰਨ। ਨਾ। ਤੁਸੀਂ ਸਿਕੰਦਰਾਂ ਨੂੰ ਰੋ ਰਹੇ ਥੇ, ਕਲੀਆਂ ਦੇ ਨਹੀਂ ਰਹੇ, ਠੀਕ ਹੋ ਗਿਆ। ਨਹੀਂ, ਇੱਥੇ ਰੌਲਾ ਇਹ ਵੜੈਚ ਸਾਹਿਬ ਨੇ ਫੁੱਟਬਾਲ ਦੀ ਟੀਮ ਬਣਾਈ ਹੈ ਤੇ ਸਾਰੇ ਲੰਗੜੇ ਭਰਤੀ ਕਰ ਲੈਣ। ਸੀਸੀਡੀ ਆਹੋ। ਯਾਰ ਕੋਈ, ਮੈਂ ਕਹਿ ਰਿਹਾ ਨਾ ਮਿਰਜ਼ੇ ਦੀ, ਦੇਖੋ ਮਿਰਜ਼ੇ ਦੀ ਤੇ ਇੱਕ ਅੱਖ ਦੂਸਰੇ ਦੇ ਨਾਲ ਨਹੀਂ ਰਲਦੀ, ਕਿਸੇ ਮਿਰਜ਼ੇ ਦੀ ਵੀ ਇੱਕ ਅੱਖ ਦੂਸਰੇ ਦੇ ਨਾਲ ਨਹੀਂ ਰਲਦੀ। ਇਹ आजम खंजीर है जेड़ा, वो कह रहा है कि जी कभी भी सनाउल्लाह अमृतसरी कादियान गए ही नहीं पड़ताल करने के लिए पेशन गोई की। ज़िया रसूल ने थल्लू चुके थाने वाला लित्र उत्ते गया तो उन्हें नाल ही परत गया, कहना मैंने तो कहा ही नहीं। ਸੁਣ ਤੇ ਲਵੋ ਯਾਰ, ਅਹਿਸਾਸਾਤ ਤੁਸੀਂ ਖਰਾਬ ਕਰ ਦਿੰਦੇ ਹੋ। ਅਲੇ ज़िया रसूल साहब उत्ते गए ने, जुत्ती फड़ी है तो कहता भाई मैंने कब कहा, मैंने कहा गए थे लेकिन वो आर्यों के पास गए हैं, कादियान गए हैं लेकिन आर्यों के पास गए, मसीह मौत के पास नहीं गए। कोई मसीह या लाश देखो, ऐसे को हरामजादे ने कि 100-200 ਬੰਦੇ ਦੇ ਸਾਹਮਣੇ ਝੂਠ ਮਾਰਦੇ ਨੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਸ ਗੱਲ ਤੋਂ ਹਕੀਮ ਯਾਹੀਆ ਦੇ ਵਿੱਚ ਚਿੱਤਰ ਖਾਦੇ ਸਨ, ਯਾਦ ਹੈ ਅਬੂ ਬਕਰ ਭਾਈ? ਇਨੀ ਖਵਾਸਤ ਦਾ ਤੁਸੀਂ ਆਲਾ ਮਿਆਰ ਵੇਖੋ। ਇੱਕ ਇਹ ਪੈਂਚਰ ਜਿਹੜਾ ਨਾ, ਇਹ ਪੈਂਚਰ ਉਹਨੇ ਲਾਇਆ ਸੀ ਸਾਰਿਆਂ ਤੋਂ ਪਹਿਲੇ, ਹਕੀਮ ਯਾਹੀਆ ਨੇ, कि कादियान गए थे लेकिन मिर्जा साहब के पास नहीं गए थे। कहते देखो मैंने कहीं कहा है 200 थल्ले लाशा बैठिया ने, किसी एक ने भी नहीं कहा लांतिया मिर्जा कादियानी ਨੂੰ ਲਿੱਤਰ ਪਾਉਣ ਲੱਗਾ ਹੈ, ਸਾਹਮਣੇ ਝੂਠ ਮਾਰ ਕੇ ਮੁਕਰ ਗਏ। दावा इन्हें किया कि तेरे उस्ताद ने सही मुस्लिम की हदीस ਨੂੰ ज़ईफ किया। उस्ताद कहते तू मेरी गारंटी दे दे, क्यों टेंशन लेना। मैं क्या उस्ताद जी $1000 ਤੁਹਾਡੀ ਜੁੱਤੀ ਤੇ ਵਾਰ ਕੇ ਬੰਦਾ ਸੁੱਟੇ, क्यों टेंशन लेंगे। मैं क्या पेश कर लांतिया, ऑडियो पेश की तो मेरे कोई शायरी नहीं निकली। हाँ 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 हाँ, वो तो देखो